ਸਾਧ ਸੰਗਤ ਜੀਓ, ਕੁਐਸਚਨ ਫੀਡ ਦੇ ਚੌਥੇ ਸੈਸ਼ਨ ਦੇ ਵਿੱਚ ਆਪ ਜੀ ਸਾਰਿਆਂ ਦਾ ਜੀ ਆਇਆਂ ਨੂੰ ਜੀ। ਗਿਆਨੀ ਜਸਪ੍ਰੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਗੁਰੂ ਸਾਹਿਬ ਦੀ ਬਹੁਤ ਮਿਹਰ ਹੈ। ਸਾਡਾ ਚੌਥਾ ਸੈਸ਼ਨ ਹੈ ਗਿਆਨੀ ਜੀ ਨਾਲ। ਬੜੇ ਸੋਹਣੇ ਤਰੀਕੇ ਦੇ ਨਾਲ ਸਵਾਲਾਂ ਦੇ ਜਵਾਬ ਸਾਨੂੰ ਮਿਲਦੇ ਨੇ। ਗੁਰਮਤ ਤੇ ਗੁਰੂ ਦੇ ਸਿਧਾਂਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਕੀ ਹੈ ਕਿ ਜੇ ਤੁਸੀਂ ਕਿਸੇ ਦੇਸ਼ ਦੀ ਸਿਟੀਜ਼ਨਸ਼ਿਪ ਲੈ ਲਓ, ਮਗਰ ਤੁਹਾਨੂੰ ਉੱਥੇ ਦੇ ਅਗਰ ਕਨਸਟੀਟਿਊਸ਼ਨ ਦਾ ਗਿਆਨ ਨਹੀਂ ਹੈ ਤੇ ਲੀਗਲ ਗਿਆਨ ਨਹੀਂ ਹੈ ਤੇ ਤੁਸੀਂ ਲਾਜ਼ਮੀ ਹੋ ਕਿਤੇ ਨਾ ਕਿਤੇ ਤਕਲੀਫ ਵਿੱਚ ਆ ਜਾਓਗੇ। ਸਿਮਿਲਰਲੀ ਜੇ ਸਿੱਖ ਬਣਨਾ ਹੈ ਤੇ ਸਿੱਖ ਰਹਿਤ ਮਰਿਆਦਾ, ਸਿੱਖ ਸਿਧਾਂਤ, ਗੁਰੂ ਦੀ ਮੱਤ ਸਾਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਯਾਦ ਹੈ ਇੱਕ ਕੈਂਪ ਵਿੱਚ ਬੜੇ ਪਿਆਰ ਦੇ ਨਾਲ ਹਰਪਾਲ ਸਿੰਘ ਜੀ ਨੇ ਇੱਕ ਗੱਲ ਕਹੀ ਸੀ। ਕਹਿੰਦੇ ਨੇ, ਜੇਕਰ ਸੜਕ ਦੇ ਵਿੱਚ ਕੋਈ ਰੈੱਡ ਲਾਈਟ ਨਾ ਹੋਵੇ, ਗੱਡੀਆਂ ਨੂੰ ਖੁੱਲੀ ਛੂਟ ਹੋਏ, ਜਿੱਥੋਂ ਮਰਜ਼ੀ ਆਓ ਜਿੱਥੋਂ ਮਰਜ਼ੀ ਜਾਓ, ਤੇ ਸੜਕ ਦੇ ਵਿੱਚ ਕਿਵੇਂ ਦਾ ਕਿਓਸ ਹੋਏਗਾ। ਤੇ ਉਵੇਂ ਹੀ ਸਾਡਾ ਜੀਵਨ ਹੈ। ਜੇ ਸਾਡਾ ਜੀਵਨ ਕਿਓਸ ਵਿੱਚ ਅਸੀਂ ਨਹੀਂ ਚਾਹੁੰਦੇ ਤੇ ਸਾਨੂੰ ਗੁਰੂ ਦੇ ਸਿਧਾਂਤਾਂ ਦੀ ਸਮਝ ਹੋਣੀ ਚਾਹੀਦੀ ਹੈ। ਅੱਜ ਜਿਹੜੇ ਕੁਐਸਚਨ ਸਾਡੇ ਕੋਲ ਆਏ ਨੇ ਉਹ ਜ਼ਿਆਦਾਤਰ ਇਹਨਾਂ ਸਿਧਾਂਤਾਂ ਨਾਲ ਜੁੜੇ ਨੇ। ਤੇ ਗਿਆਨੀ ਜੀ ਦੀ ਇੱਕ ਖਾਸੀਅਤ ਹੈ ਕਿ ਬਹੁਤ ਹੀ ਤਰੀਕੇ ਦੇ ਨਾਲ ਗੁਰੂ ਦੀ ਗੱਲ ਬੜੇ ਪਿਆਰੇ ਐਗਜ਼ਾਮਪਲਸ ਦੇ ਕੇ ਸਾਨੂੰ ਸਮਝਾਉਂਦੇ ਨੇ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਗਿਆਨੀ ਜੀ ਆਪ ਜੀ ਦਾ ਵੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਦਾ ਪਹਿਲਾ ਸਵਾਲ ਹੈ, ਨਿਤਨੇਮ ਸਿੱਖ ਦੇ ਲਈ ਕਿਤਨਾ ਜ਼ਰੂਰੀ ਹੈ? ਹਾਊ ਇੰਪੋਰਟੈਂਟ ਇਜ਼ ਨਿਤਨੇਮ ਫॉर ਅ ਸਿੱਖ? ਜੀ ਵੀਰ ਜੀ, ਜਿਵੇਂ ਨਿਤਨੇਮ ਸ਼ਬਦ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਨੇਮ ਜਿਹੜਾ ਨਿਤ ਨਿਭਾਇਆ ਜਾਵੇ। ਨਿਤ ਦਾ ਅਰਥ ਹੈ ਰੋਜ਼ਾਨਾ। ਤੇ ਗੁਰੂ ਸਾਹਿਬ ਜੀ ਨੇ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਸੀ, ਤੇ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜੋ ਲਿਖਤਾਂ ਹਨ, ਵਾਰਾਂ ਹਨ, ਉਹਨਾਂ ਦੇ ਵਿੱਚ ਹੀ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਭਾਈ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਜੋ ਨਿਤਨੇਮ ਹੈ ਉਹਦਾ ਜ਼ਿਕਰ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸਿੱਖ ਕਿਹਾ ਜਾਂ ਨਿਤਨੇਮ ਕਰਿਆ ਕਰਦੇ ਸਨ। ਉੱਥੇ ਭਾਈ ਸਾਹਿਬ ਜੀ ਨੇ ਸ਼ਬਦ ਵਰਤੇ ਹਨ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਇਹ ਸੋਦਰ ਗਾਇਆ ਜਾਂਦਾ ਸੀ। ਸੋਦਰ ਦਾ ਠੀਕ ਹੈ, ਉਸ ਸਮੇਂ ਦਾ ਸਵਰੂਪ ਔਰ ਅੱਜ ਦੇ ਸਵਰੂਪ ਦੇ ਵਿੱਚ ਕਾਫੀ ਫਰਕ ਹੈ, ਕਿਉਂਕਿ ਇਸ ਸਮੇਂ ਦੇ ਅਨੁਸਾਰ ਸਤਿਗੁਰਾਂ ਨੇ ਇਹਦੇ ਵਿੱਚ ਵਾਧਾ ਕੀਤਾ। ਪਰ ਸੋਦਰ ਆਰਤੀ ਗਾਵੀਐ, ਸੰਧਿਆ ਵੇਲੇ ਸੋਦਰ ਔਰ ਆਰਤੀ ਗਾਈ ਜਾਂਦੀ ਸੀ। ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਉੱਥੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਾਪ ਉਚਾਰਿਆ ਜਾਂਦਾ ਸੀ, ਭਾਵ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਸੀ। ਸਮਾਂ ਬਦਲਿਆ, ਲੇਕਿਨ ਸਤਿਗੁਰੂ ਜੀ ਦੇ ਭਾਵੇਂ ਅੱਗੇ ਜਾਨਸ਼ੀਨ ਬਦਲ ਗਏ, ਭਾਵੇਂ ਅਸਥਾਨ ਬਦਲ ਗਏ। ਕਰਤਾਰਪੁਰ ਤੋਂ ਸਿੱਖੀ ਖਡੂਰ ਵਿੱਚ ਆਈ, ਖਡੂਰ ਤੋਂ ਗੋਇੰਦਵਾਲ ਵਿੱਚ ਆਈ, ਗੋਇੰਦਵਾਲ ਤੋਂ ਅੰਮ੍ਰਿਤਸਰ, ਕੀਰਤਪੁਰ, ਅੱਗੇ ਸਿੱਖੀ ਵੱਧਦੀ ਰਹੀ, ਅਨੰਦਪੁਰ ਸਾਹਿਬ ਤੱਕ ਸਿੱਖੀ ਪਹੁੰਚੀ। ਔਰ ਕੇਵਲ ਇਹਨਾਂ ਨਗਰਾਂ ਦੇ ਵਿੱਚ ਹੀ ਨਹੀਂ, ਬਲਕਿ ਸਿੱਖੀ ਦੁਨੀਆ ਭਰ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਉਦਾਸੀਆਂ ਕਰਕੇ ਆਏ ਸਨ, ਉੱਥੇ ਉੱਥੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੇ ਬੀਜ ਬੋਏ ਸਨ। ਤੇ ਹਰ ਥਾਂ ਤੇ ਸਤਿਗੁਰੂ ਜੀ ਜਿੱਥੇ ਵੀ ਜਾਂਦੇ ਸਨ ਤੇ ਉਸ ਵੇਲੇ ਸਿੱਖਾਂ ਨੂੰ ਕੁਝ ਨਾ ਕੁਝ ਇੱਕ ਮਿਨੀਮਮ ਨੇਮ ਜ਼ਰੂਰ ਦਿਆ ਕਰਦੇ ਸਨ ਕਿ ਇਹ ਨੇਮ ਆਪ ਜੀ ਨੇ ਜ਼ਰੂਰ ਨਿਭਾਉਣਾ ਹੈ। ਤੇ ਅੱਜ ਦੇ ਸਾਡੀ ਸਿੱਖ ਰਹਿਤ ਮਰਿਆਦਾ, ਜਿਵੇਂ ਆਪ ਜੀ ਨੇ ਗੱਲ ਕੀਤੀ ਹੈ, ਸਾਡਾ ਕਨਸਟੀਟਿਊਸ਼ਨ ਹੈ, ਸਿੱਖ ਦੀ ਵੇ ਆਫ ਲਾਈਫ ਹੈ। ਸਿੱਖ ਨੇ ਆਪਣੀ ਜੀਵਨ ਦੀ ਹਰ ਅਗਵਾਈ ਸਿੱਖ ਰਹਿਤ ਮਰਿਆਦਾ ਤੋਂ ਹੀ ਪ੍ਰਾਪਤ ਕਰਨੀ ਹੈ। ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੋ ਨੇਮ ਦਿੱਤਾ ਗਿਆ ਹੈ ਉਹ ਸਾਨੂੰ ਅੰਮ੍ਰਿਤ ਵੇਲੇ ਦਾ ਨੇਮ ਹੈ। ਕਿਤਨਾ ਕੁ ਜ਼ਰੂਰੀ ਹੈ ਆਪ ਜੀ ਦਾ ਮੂਲ ਪ੍ਰਸ਼ਨ, ਕਿਉਂਕਿ ਇਹ ਹੈ। ਤੇ ਇਹਦੇ ਲਈ ਮੈਂ ਇੱਕ ਪ੍ਰਸ਼ਨ ਹੀ ਸਾਰੇ ਦਰਸ਼ਕਾਂ ਨੂੰ ਅਕਸਰ ਪੁੱਛਦਾ ਹਾਂ, ਜਾਂ ਸੰਗਤ ਨੂੰ ਵੀ ਜਿਹੜਾ ਇਹ ਸਵਾਲ ਕਰਦਾ ਹੈ, ਬਈ ਸਰੀਰ ਲਈ ਭੋਜਨ ਕਿਤਨਾ ਕੁ ਜ਼ਰੂਰੀ ਹੈ? ਸਾਡਾ ਜੋ ਸਰੀਰ ਹੈ ਉਹਦੇ ਲਈ ਕਿਤਨਾ ਕੁ ਜ਼ਰੂਰੀ ਭੋਜਨ ਹੈ? ਤੇ ਇਹਦਾ ਉੱਤਰ ਆਮ ਤੌਰ ਤੇ ਲੋਕ ਦੇ ਦੇਣਗੇ, ਸੰਗਤ ਦਿੰਦੀ ਹੈ ਵੀ ਭੋਜਨ ਤੋਂ ਬਗੈਰ ਤੇ ਸਰੀਰ ਸਰਵਾਈਵ ਹੀ ਨਹੀਂ ਕਰ ਸਕਦਾ। ਫਿਰ ਸਰੀਰ ਦੇ ਲਈ ਸਾਹ ਲੈਣਾ ਕਿਤਨਾ ਕੁ ਜ਼ਰੂਰੀ ਹੈ?
ਕਹਿਣ ਤੋਂ ਭਾਵ ਕਿ ਜਿਤਨੀਆਂ ਜ਼ਰੂਰੀ ਸਰੀਰ ਦੀਆਂ ਇਹ ਕਿਰਿਆਵਾਂ ਹਨ, ਆਤਮਾ ਦੇ ਲਈ ਜਾਂ ਮਨ ਦੇ ਲਈ ਨਿਤਨੇਮ ਵੀ ਉਤਨਾ ਹੀ ਜ਼ਰੂਰੀ ਹੈ। ਉਹ ਸਾਡੇ ਮਨ ਦੀ, ਸਾਡੀ ਆਤਮਾ ਦੀ ਖੁਰਾਕ ਹੈ, ਜੋ ਸਿੱਖ ਨੇ ਆਪਣੇ ਆਪ ਨੂੰ ਰੋਜ਼ ਦੇਣੀ ਹੈ ਤਾਂ ਕਿ ਇਹਦਾ ਆਤਮਿਕ ਜੀਵਨ ਬਣਿਆ ਰਹੇ। ਪਰ ਇੱਥੇ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਕਿ ਕੇਵਲ ਨਿਤਨੇਮ ਕਰਕੇ ਹੀ ਬਹੁਤੇ ਲੋਕ ਇਹ ਸਮਝ ਲੈਂਦੇ ਹਨ ਵੀ ਸਾਡੀ ਬਸ ਸਾਰੀ ਕਰਨੀ ਪੂਰੀ ਹੋ ਗਈ, ਇਸ ਤੋਂ ਬਾਅਦ ਸਾਨੇ ਹੁਣ ਕੁਝ ਵੀ ਨਹੀਂ ਕਰਨਾ। ਨਿਤਨੇਮ ਨੂੰ ਮੈਂ ਇਹ ਸਮਝਿਆ ਹੈ ਆਪਣੇ ਪ੍ਰਚਾਰਕ ਜੀਵਨ ਦੇ ਵਿੱਚ ਕਿ ਜਿਵੇਂ ਇੱਕ ਵਿਦਿਆਰਥੀ ਸਕੂਲੇ ਜਾਂਦਾ ਹੈ ਤੇ ਸਕੂਲ ਦੇ ਵਿੱਚ ਉਹਦੀ ਪ੍ਰੇਅਰ ਹੁੰਦੀ ਹੈ, ਅਸੈਂਬਲੀ ਹੁੰਦੀ ਹੈ, ਲੇਕਿਨ ਅਸੈਂਬਲੀ ਤੋਂ ਬਾਅਦ ਵੀ ਉਹਨੇ ਪੜ੍ਹਾਈ ਕਰਨੀ ਹੈ ਸਾਰਾ ਦਿਨ। ਉਸ ਤੋਂ ਬਾਅਦ ਉਹਨੇ ਹੋਮਵਰਕ ਕਰਨਾ ਹੈ ਤੇ ਫਿਰ ਉਹਦਾ ਇਮਤਿਹਾਨ ਹੁੰਦਾ ਹੈ, ਐਗਜ਼ਾਮ ਹੁੰਦਾ ਹੈ, ਜਿਹਦੇ ਵਿੱਚ ਉਹਨੂੰ ਚੰਗੇ ਮਾਰਕਸ ਲਿਆਣੇ ਬੜੇ ਜ਼ਰੂਰੀ ਹਨ। ਤੇ ਨਿਤਨੇਮ ਇਹ ਸਮਝ ਲਈਏ ਕਿ ਸਾਡੀ ਅਸੈਂਬਲੀ ਹੈ, ਸਾਡੀ ਪ੍ਰੇਅਰ ਹੈ, ਔਰ ਅਕੋਰਡਿੰਗ ਟੂ ਸਿੱਖ ਰਹਿਤ ਮਰਿਆਦਾ ਨਿਤਨੇਮ ਸਾਡੀ ਸ਼ਖਸੀ ਰਹਿਣੀ ਦਾ ਅੰਗ ਹੈ। ਇਹ ਸਾਡੀ ਪੰਥਕ ਰਹਿਣੀ ਦਾ ਅੰਗ ਨਹੀਂ, ਭਾਵ ਕਿ ਇਹਨੂੰ ਅਸਾਂ ਨੇ ਆਪਣੇ ਘਰ ਦੇ ਵਿੱਚ ਕਰਨਾ ਹੈ। ਤਰੀਕਾ ਸਾਰਾ ਉੱਥੇ ਦੱਸਿਆ ਹੋਇਆ। ਸਿੱਖ ਪਹਿਰ ਰਾਤ ਰਹਿੰਦੀ ਉੱਠੇ, ਵਾਹਿਗੁਰੂ ਮੰਤਰ ਦਾ ਜਾਪ ਕਰੇ, ਉਸ ਤੋਂ ਬਾਅਦ ਇਸ਼ਨਾਨ ਆਦਿ ਜੋ ਨੈਸੈਸਰੀ ਕਿਰਿਆਵਾਂ ਹਨ ਉਹ ਕਰਕੇ ਤੇ ਸਿੱਖ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰੇ। तो इतना क जरूरी है नितनेम साडे लिए, जितना साडे लिए भोजन खाना है या जितना साडे लिए पानी पीना है, जितना साडे लिए साह लेना है। इतिहास जे पढ़ांगे ना, क्योंकि केवल इतने जे उत्तर नाल कई बार आम तौर ते लोकां दी तसल्ली नहीं हुंदी। इतिहास अगर जे असीं पढ़ांगे ध्यान दे नाल, साडे इतिहास दे विच 2 पॉइंट्स ऐसे आए हैं जिथे सतगुरु जी ने ये गल सिख नूं संकल्प दृढ़ करा दिता कि नितनेम नूं सिख किसी भी परिस्थिति दे विच त्याग नहीं सकता। सब तो पहले अल्लाह यार खां जोगी रहमानी जिन्हें गंजे शहीदा शहीदाने वफा ये 2 पुस्तकां लिखियां हैं, चमकौर साहब ते नाल ही साका सरहंद। ਉਹਨੇ ਆਪਣੀ ਲਿਖਤ ਦੇ ਵਿੱਚ ਇਹ ਉਦਾਹਰਣ ਦਿੱਤੀ ਹੈ। ਇਹ ਉਸਨੇ ਲਿਖਤ ਦੇ ਵਿੱਚ ਬਕਾਇਦਾ ਇਹ ਦਰਜ ਕੀਤੀਆਂ ਹਨ ਪੰਕਤੀਆਂ ਕਿ ਜਿਸ ਸਮੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ ਤੇ ਸਰਸਾ ਨਦੀ ਦੇ ਕੰਢੇ ਤੇ ਆਏ ਤੇ ਉਸ ਸਥਾਨ ਤੇ ਵੀ ਸਤਿਗੁਰੂ ਜੀ ਨੇ ਆਪਣਾ ਨੇਮ ਨਿਭਾਇਆ ਹੈ। ਆਪ ਜੀ ਜਿਨ੍ਹਾਂ ਨੇ ਇਹ ਪੁਸਤਕਾਂ ਪੜ੍ਹੀਆਂ ਹਨ, ਉਹਨਾਂ ਪੁਸਤਕਾਂ ਦੇ ਵਿੱਚ ਇਹ ਪੰਕਤੀਆਂ ਲਿਖੀਆਂ ਹਨ। ਸਤਿਗੁਰੂ ਅਬ ਆਨ ਪਹੁੰਚੇ ਥੇ सरसा नदी के पास, थे चाहते बुझाएं 12 पहर की प्यास। गुरु साहब जिस समय सरसा नदी के कंढे ते आए ते सतगुरु चाह रहे सन कि हुण असीं साडा वो नेम दा वेला हो गया है, हुण साडा नितनेम दा समा हो गया है, इत्थे पड़ाव करके भावें दुश्मन पिछे पिया होया है, भावें सतगुरु जानी जानन, पता है इन्हां ने हमला बोल देना है, लेकिन थे चाहते थे बुझाएं 12 पहर की प्यास। ते उस वेले उन्हें लिखा इशनान करके और बदल के नया लिबास, वाहेगुरु का नाम जपें और करें सपास। कि इस स्थान पे असी अपना नेम निभाइए, इस स्थान पे असी उस मालिक दा नाम जपिए। ते अल्लाह यार खां के लिखदा है, जपजी का पास उस घड़ी करना जरूर था, पढ़ के ग्रंथ को बढ़ाना सुरूर था। ते जिथे वो पाठ किया गया जपजी साहब दा संकेत दिता है अल्लाह यार खां ने, उथे नाल उन्हें ये भी लिखा है कि था सर पे वक्त आ गया आसा की वार का, साजों की जीरो बम के चढ़ाओ उतार का। कि आसा दी वार दा समा भी आया। एक वखरी गल है कि ज्यों भोग पैंदा है आसा दी वार दा ते उथे दुश्मनां ने पिछों आके हमला कर दिता। सतगुरु गुरु गोबिंद सिंह साहब जी का सारा परिवार विछड़ चुकिया है। 2 साहिबजादे वड्डियां दे नाल बादशाह चमकौर दी गढ़ी दे विच आए ते अल्लाह यार खां ने उत्थे ये बोल भी लिखे, जिस दम हुए चमकौर में सिंहों के उतारे, जलाए हुए शेर थे सब गैस के मारे। ते भावें चमकौर दी गढ़ी दे विच उन्हां सर्दी दे दिनां विच पोह दीयां रातां दे विच सतगुरु जी दे पास खाण वास्ते कुछ नहीं सी, उत्ते लैण वास्ते कुछ नहीं सी, लेकिन आसरा सी गुरबाणी दा। ते उत्थे भी अल्लाह यार खां ने गवाही दिती है कि सतगुरु जी ने उस समय रहरास का दीवान सजाया गुरु जी ने। गुरु साहब ने चमकौर दी गढ़ी दे विच रहरास साहब कीती, रहरास का दीवान सजाया। केवल वो दीवान नहीं, अगली सुबह जब पता है कि साहबजादियां ने शहीद हो जाना है ते अगली सुबह भी सतगुरु जी ने उत्थे अपना नेम उन्हां सिंहां ने नेम पूरा निभाया। तो कहण तो भाव कि नितनेम जे इन्हां विखम परिस्थितियां दे विच कीता गया ते अज साडे जीवन विच कितनी क सौख है। एक वखरी गल है, ठीक है असीं लोग कई बार कह देंदे हां भी मेरे कोल समा नहीं, मेरे कोल वक्त नहीं, या अपने मर्जी के मुताबिक उस दे विच अगे पिछे असीं कर लैंदे हां। नितनेम सिख दे लई अत्यंत जरूरी है। मीर मन्नू दीयां जेलां दे विच उन्हां मावां ने नितनेम निभाया, उहदा साडे इतिहास विच
ਪ੍ਰਮਾਣ ਮਿਲਦਾ ਹੈ ਕਿ ਰਾਤ ਵੇਲੇ ਸੰਧਿਆ ਵੇਲੇ ਸੋਦਰ ਦੀ ਬਾਣੀ ਪੜ੍ਹ ਕੇ ਉਹ ਕਹਿੰਦੀਆਂ ਸਨ, ਪਾਤਸ਼ਾਹ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਤੇ ਰਹਿਣ ਸੁੱਖਾਂ ਵਿੱਚ ਬਤੀਤ ਕਰਾਉਣੀ। ਫਿਰ ਸ਼ਾਮ ਨੂੰ ਸੁਹੇਲੇ ਦਾ ਪਾਠ ਸੌਣ ਤੋਂ ਪਹਿਲੇ ਉਹ ਮਾਈਆਂ ਕਰਦੀਆਂ ਸਨ। ਕਹਿਣ ਤੋਂ ਭਾਵ ਕਿ ਸਿੱਖ ਦੇ ਲਈ ਨਿਤਨੇਮ ਇਤਨਾ ਹੀ ਜ਼ਰੂਰੀ ਹੈ ਜਿਵੇਂ ਉਹ ਸਾਹ ਲੈ ਰਿਹਾ ਹੈ, ਜਿਵੇਂ ਭੋਜਨ ਖਾ ਰਿਹਾ ਹੈ, ਜਿਵੇਂ ਆਪਣੀਆਂ ਹੋਰ ਸੰਸਾਰ ਦੀਆਂ ਕਿਰਿਆਵਾਂ ਕਰਦਾ ਹੈ। ਔਰ ਨਿਤਨੇਮ ਵੀ ਸਿੱਖ ਨੇ ਬਿਲਕੁਲ ਇਸੇ ਪ੍ਰਕਾਰ ਬਿਨਾਂ ਕਿਸੇ ਢਿੱਲ ਮੱਠ ਦੇ ਕਰਨ ਦਾ ਯਤਨ ਕਰਨਾ ਹੈ। क्या बात है वीर जी। सौ कहे सो कीजै तन मनो दीजै, ऐसा परमल लाइयै, ਜੀ एव कहे सुहागणी भैणे इन्हीं बाती सौ पाइयै। सुहागण और दुहागण ਦੀ ਗੱਲ ਬਹੁਤ ਜ਼ਿਆਦਾ ਗੁਰਬਾਣੀ ਚ ਗੁਰੂ ਸਾਹਿਬ ਕਰਦੇ ਨੇ। ਜੀ ਤੇ ਫਰਕ ਕੀ ਹੈ ਜੀ, ਸੁਹਾਗਣ ਜਿਹੜਾ ਹੈ ਉਹ ਉਹਦਾ ਜਿਹੜਾ ਖਿਆਲ ਹੈ ਉਹ ਹਰ ਵੇਲੇ ਆਪਣੇ ਪਤੀ ਪਰਮੇਸ਼ਵਰ ਵੱਲ ਰਹੇਗਾ, ਉਹ ਨਿਤਨੇਮ ਵਿੱਚ ਪੱਕਾ ਹੋਏਗਾ, ਉਹ ਆਪਣੇ ਕੰਮਕਾਰ ਵਿੱਚ ਪੱਕਾ ਹੋਏਗਾ। ਤੇ ਮੇਰੇ ਵਰਗੇ ਜਿਹੜੇ ਦੁਹਾਗਣ ਹੋਣਗੇ ਉਹ ਹਰ ਵੇਲੇ ਕੁਝ ਨਾ ਕੁਝ ਹੋਰ ਵਿੱਚ ਹੀ ਬਿਜ਼ੀ ਰਹਿਣਗੇ। ਅੱਜ ਇਹ ਕਰ ਲਈਏ, ਅੱਜ ਉਹ ਕਰ ਲਈਏ, ਨਿਤਨੇਮ ਵੇਲੇ ਵੀ ਬਿਜ਼ੀ ਰਹਿੰਦੇ ਨੇ, ਉੱਠ ਨਹੀਂ ਪਾਉਂਦੇ ਅਸੀਂ ਸਵੇਰੇ ਅੰਮ੍ਰਿਤ ਵੇਲੇ। ਇਹ ਸਾਡੇ ਵਰਗੇ ਦੁਹਾਗਣਿਆਂ ਦੀ ਅਵਸਥਾ ਹੈ। ਬਟ ਵੀਰ ਜੀ ਬਹੁਤ ਅੱਛੇ ਤਰੀਕੇ ਨਾਲ ਆਪ ਜੀ ਨੇ ਇਸ ਦੀ ਗੱਲ ਦੱਸੀ ਹੈ ਤੇ ਮੈਨੂੰ ਲੱਗਦਾ ਹੈ ਜਿਨ੍ਹਾਂ ਨੇ ਮੈਨੂੰ ਇਹ ਸਵਾਲ ਪੁੱਛਿਆ ਉਹਨਾਂ ਦੀ ਤ੍ਰਿਪਤੀ ਹੋਈ ਹੋਏਗੀ। ਵੀ ਜੀ ਦੂਜਾ ਸਵਾਲ ਜੋ ਆਇਆ ਹੈ ਉਹ ਹੈ, ਵਾਟ ਇਜ਼ ਨੀਡਡ ਟੂ ਬਿਕਮ ਅ ਸਿੱਖ। ਸਿੱਖ ਬਣਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਜਾਂ ਕੀ ਚਾਹੀਦਾ ਹੈ, ਕੀ ਜ਼ਰੂਰੀ ਹੈ ਇੱਕ ਸਿੱਖ ਬਣਨ ਦੇ ਲਈ। ਸਿੱਖ ਵੀਰ ਜੀ, ਕਿਉਂਕਿ ਸ਼ਬਦ ਸ਼ਾਇਦ ਅਸੀਂ ਪਿਛਲੀ ਵਾਰ ਵੀ ਜਦੋਂ ਵਿਚਾਰ ਕੀਤੀ ਸੀ ਉਹਦੇ 'ਚ ਇੱਕ ਸੰਕੇਤ ਦਿੱਤਾ ਸੀ ਕਿ ਸੰਸਕ੍ਰਿਤ ਦੇ ਸ਼ਿਸ਼ ਸ਼ਬਦ ਤੋਂ ਇਹਦਾ ਓਰੀਜਨ ਮੰਨਦੇ ਹਨ ਵਿਦਵਾਨ, ਭਾਵ ਜਿਹੜਾ ਸਿੱਖਣ ਵਾਲਾ ਹੈ। ਪਰ ਸਾਡੇ ਭਾਗ ਬੜੇ ਚੰਗੇ ਹਨ ਕਿ ਸਾਨੂੰ ਮੁਕੰਮਲ ਗੁਰੂ ਮਿਲਿਆ ਹੈ, ਮੁਕੰਮਲ ਪੰਥ ਮਿਲਿਆ ਹੈ। ਤੇ ਸਾਡੇ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਕਿਸਮ ਦਾ ਕੋਈ ਸੰਸਾ ਨਹੀਂ ਹੈ, ਕੋਈ ਅਧੂਰੀ ਗੱਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਜੇ ਅਸੀਂ ਆਪਣੀ ਸਿੱਖ ਰਹਿਤ ਮਰਿਆਦਾ ਪੜ੍ਹੀਏ ਤੇ ਉਹਦੇ ਵਿੱਚ ਵੀ ਕੋਈ ਅਧੂਰੀ ਗੱਲ ਨਹੀਂ ਕੀਤੀ ਗਈ। ਜਿੱਥੇ ਸਿੱਖ ਰਹਿਤ ਮਰਿਆਦਾ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਸਭ ਤੋਂ ਪਹਿਲੇ ਜ਼ਿਕਰ ਹੀ ਇਹ ਹੈ ਸਿੱਖ ਦੀ ਤਾਰੀਫ। ਉਹਦੇ ਚੋਂ ਸਾਨੂੰ ਇੱਕ ਸੰਕੇਤ ਮਿਲੇਗਾ ਵੀ ਸਿੱਖ ਬਣਨ ਲਈ ਕੀ ਕੁਝ ਜ਼ਰੂਰੀ ਹੈ। ਤੇ ਸਾਡੀ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਗੱਲ ਆਖਦੀ ਹੈ ਕਿ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸਿੱਖੀ ਵਾਸਤੇ ਬੁਨਿਆਦੀ ਗੁਣ ਇਹ ਜ਼ਰੂਰੀ ਹਨ ਕਿ ਉਹਨੂੰ ਸਭ ਤੋਂ ਪਹਿਲੇ ਤੇ ਇੱਕ ਅਕਾਲ ਪੁਰਖ ਦੇ ਉੱਤੇ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ ਹੈ। ਜੋ ਬਈ ਸਿੱਖ ਬਣਨ ਲਈ ਜ਼ਰੂਰੀ ਕੀ ਹੈ, ਕੁਝ ਜ਼ਰੂਰੀ ਜਿਹੜੀਆਂ ਅਸੀਂ ਆਖ ਸਕਦੇ ਹਾਂ ਵੀ ਸਾਡੇ ਸਿੱਖ ਰਹਿਤ ਮਰਿਆਦਾ ਨੇ ਜੋ ਸਾਨੂੰ ਗੱਲਾਂ ਸਮਝਾਈਆਂ ਹਨ। ਸਭ ਤੋਂ ਪਹਿਲੇ ਤੇ ਸਿੱਖ ਬਣਨ ਵਾਸਤੇ ਇੱਕ ਅਕਾਲ ਪੁਰਖ ਦੇ ਉੱਤੇ ਅਟੁੱਟ ਨਿਸ਼ਚਾ ਹੋਣਾ ਬੜਾ ਜ਼ਰੂਰੀ ਹੈ। ਤੇ ਜਦੋਂ ਸਾਡੇ ਪੰਥ ਨੇ ਇੱਕ ਦੀ ਗੱਲ ਕਰ ਦਿੱਤੀ, ਗੁਰੂ ਸਾਹਿਬ ਨੇ ਇੱਕ ਦੀ ਗੱਲ ਕਰ ਦਿੱਤੀ, ਤੇ ਫਿਰ ਗੱਲ ਇੱਕ ਦੇ ਉੱਤੇ ਹੀ ਸ਼ੁਰੂ ਹੋਏਗੀ ਤੇ ਇੱਕ ਤੇ ਹੀ ਮੁੱਕੇਗੀ। ਸਿੱਖ ਨੇ ਆਪਣੇ ਮਨ ਵਿੱਚ ਖਿੰਡਾਵ ਕਿਸੇ ਵੀ ਪਰਿਸਥਿਤੀ ਵਿੱਚ ਨਹੀਂ ਲਿਆਣ ਦੇਣਾ। ਫਿਰ ਇਸ ਤੋਂ ਬਾਅਦ ਦੱਸਿਆ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਅਤੇ ਗੁਰੂ ਗ੍ਰੰਥ ਸਾਹਿਬ ਜੋ ਕਿ ਅੱਜ ਸਾਡੇ ਗੁਰੂ ਹਨ ਸ਼ਬਦ ਗੁਰੂ ਰੂਪ ਦੇ ਵਿੱਚ। 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੈ, ਭਾਵ ਸਿੱਖ ਦਾ ਦ੍ਰਿੜ ਵਿਸ਼ਵਾਸ ਗੁਰਬਾਣੀ ਦੇ ਉੱਤੇ ਹੋਵੇ, ਸਿੱਖ ਦਾ ਦ੍ਰਿੜ ਵਿਸ਼ਵਾਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ੇ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਦੇ ਉੱਤੇ ਹੋਵੇ ਤੇ ਨਾਲ ਹੀ ਉਹਨਾਂ ਦੀ ਸਿੱਖਿਆ ਉਹਨਾਂ ਦੀ ਬਾਣੀ ਨੂੰ ਮੰਨਦੇ ਹੋਏ, ਜਿਵੇਂ ਆਪਨੇ ਸੁਹਾਗਣ ਤੇ ਦੁਹਾਗਣ ਦੀ ਹੁਣੇ ਗੱਲ ਕੀਤੀ, ਤੇ ਸੁਹਾਗਣ ਤੇ ਦੁਹਾਗਣ ਦਾ ਬੜਾ ਸੂਖਸ਼ਮ ਜਿਹਾ ਇੱਕ ਫਰਕ ਗੁਰਬਾਣੀ 'ਚ ਦੱਸਿਆ ਗਿਆ। ਸਤਿਗੁਰੂ ਕਹਿੰਦੇ ਦੋਨਾਂ ਦਾ ਪਹਿਰਾਵਾ ਇੱਕੋ ਜਿਹਾ ਹੀ ਹੋਵੇਗਾ। ਦੁਹਾਗਣ ਵੀ ਲਾਲ ਵਸਤਰ ਪਾਉਂਦੀ ਹੈ, ਸੁਹਾਗਣ ਵੀ ਪਾਉਂਦੀ ਹੈ, ਲੇਕਿਨ ਦੋਨਾਂ ਦੇ ਵਿੱਚ ਦੋਨਾਂ ਦੇ ਕੋਲ ਘਰ ਵੀ ਹੈ, ਦੋਨਾਂ ਦੇ ਕੋਲ ਖਾਣ ਵਾਸਤੇ ਬੜੇ ਪਦਾਰਥ ਵੀ ਹਨ, ਦੋਨਾਂ ਦੇ ਕੋਲ ਬਹੁਤ ਸਾਰੀਆਂ ਸੁੱਖ ਸਹੂਲਤਾਂ ਹਨ। ਲੇਕਿਨ ਇੱਕ ਸੂਖਸ਼ਮ ਫਰਕ ਕੀ ਹੈ, ਦੁਹਾਗਣ ਨੂੰ ਆਪਣੇ ਪਿਰ ਦੀ ਪ੍ਰਾਪਤੀ ਨਹੀਂ ਹੁੰਦੀ, ਸੁਹਾਗਣ ਨੂੰ ਪ੍ਰਾਪਤੀ ਹੋ ਜਾਂਦੀ। ਦੁਹਾਗਣ ਦੇ ਉੱਤੇ ਉਹਦਾ ਪਿਰ ਰੀਝਦਾ ਕੋਈ ਨਹੀਂ, ਸੁਹਾਗਣ ਦੇ ਉੱਤੇ ਪ੍ਰਸੰਨ ਹੈ। ਤੇ ਕਿਹਦੇ ਉੱਤੇ ਮਾਲਕ ਰੀਝੇਗਾ, ਗੁਰੂ ਸਾਹਿਬ ਕਿਹਦੇ ਉੱਤੇ ਪ੍ਰਸੰਨ ਹੋਣਗੇ, ਇਹ ਦੱਸਿਆ ਗਿਆ ਬਾਣੀ ਦੇ ਵਿੱਚ। ਆਪ ਜੀ ਨੇ ਪ੍ਰਵਾਨ ਵੀ ਦਿੱਤਾ ਸਤਿਗੁਰੂ ਦੀ ਬਾਣੀ ਦੇ ਵਿੱਚੋਂ ਕਿ ਜਿਵੇਂ ਪਿਰ ਆਖ ਰਿਹਾ ਹੈ, ਜਿਵੇਂ ਮਾਲਕ ਆਖ ਰਿਹਾ ਹੈ, ਉਹਦੇ ਕਹੇ ਦੇ ਵਿੱਚ ਤੁਰਨਾ, ਉਹਦੇ ਹੁਕਮ ਦੇ ਵਿੱਚ ਤੁਰਨਾ ਔਰ ਉਹਦੇ ਹੁਕਮ ਵਿੱਚ ਖਿੜੇ ਮੱਥੇ ਤੁਰਨਾ, ਤੇ ਇਹ ਸੁਹਾਗਣ ਦਾ ਲੱਛਣ ਹੈ। ਬਾਣੀ ਕਹਿੰਦੀ ਹੈ ਸੁਹਾਗਣ ਕਾ ਕਿਆ ਚੀਨ ਹੈ, ਅੰਦਰ ਸੱਚ
ਮੁਖ ਉਜਲਾ ਖਸਮੈ ਮਾਹੇ ਸਮਾਏ। ਕਿ ਉਹਦਾ ਸਭ ਤੋਂ ਵੱਡਾ ਚਿੰਨ੍ਹ ਇਹੀ ਹੈ ਕਿ ਉਹਦੇ ਅੰਦਰ ਸੱਚ ਹੈ। ਇਹ ਗੁਣ ਬਹੁਤ ਜ਼ਰੂਰੀ ਹੈ। ਇਹ ਤੇ ਹੋਈ ਗੱਲ ਕਿ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ। ਜੇ ਅਸੀਂ ਆਪਣੇ ਹੁਣ ਪੁਰਾਣੇ ਸਰੋਤ ਪੜਾਂਗੇ ਜਨਮ ਸਾਖੀਆਂ, ਤੇ ਇਹਦੇ ਵਿੱਚ ਸਾਨੂੰ ਇੱਕ ਸੰਕੇਤ ਮਿਲੇਗਾ ਕਿ ਗੁਰੂ ਨਾਨਕ ਸਾਹਿਬ ਜੀ ਭਾਵੇਂ ਭਾਈ ਮਰਦਾਨਾ ਜੀ ਨੂੰ ਜਿਸ ਸਮੇਂ ਸਿੱਖੀ ਦੀ ਦਾਤ ਦਿੱਤੀ, ਜਾਂ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕੋਈ ਵੀ ਆ ਕੇ ਕਹਿੰਦਾ ਸੀ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾਓ, ਮੈਨੂੰ ਦੀਖਿਆ ਦਿਓ, ਦੀਖਿਆ ਜਿਹਨੂੰ ਅਸੀਂ ਆਖਦੇ ਹਾਂ, ਤੇ ਸਤਿਗੁਰੂ ਜੀ ਭਾਵੇਂ ਭਾਈ ਲਾਲੋ ਦੇ ਘਰ ਜਾਂਦੇ ਹਨ, ਕਿਧਰੇ ਵੀ ਸਤਿਗੁਰੂ ਜੀ ਗਏ, ਉਹਨਾਂ ਨੂੰ 3-4 ਗੱਲਾਂ ਸਤਿਗੁਰੂ ਜੀ ਹਮੇਸ਼ਾ ਕਿਹਾ ਕਰਦੇ ਸਨ। ਬਈ ਇੱਕ ਤੇ ਗੁਰ ਉਪਦੇਸ਼ ਦਾ ਧਾਰਨੀ ਹੋਣਾ ਹੈ। ਸਿੱਖੀ ਵਾਸਤੇ ਨੈਸੈਸਰੀ ਕੀ ਹੈ, ਮਤਲਬ ਸਿੱਖ ਬਣਨ ਲਈ ਜ਼ਰੂਰੀ ਕੀ ਹੈ ਕਿ ਸਭ ਤੋਂ ਪਹਿਲੇ ਗੁਰੂ ਦੇ ਉਪਦੇਸ਼ ਦਾ ਧਾਰਨੀ ਬਣਨਾ। ਇਹ ਸਾਡਾ ਹੁਣ, ਮੈਂ ਪਹਿਲੇ ਰਹਿਤ ਮਰਿਆਦਾ ਲਈ ਤੇ ਹੁਣ ਬੇਨਤੀ ਕਰ ਰਿਹਾ ਹਾਂ ਪੁਰਾਤਨ ਜਨਮ ਸਾਖੀਆਂ ਦੇ ਵਿੱਚੋਂ, ਜਿੱਥੇ ਉਹ ਬੋਲ ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਗਾਥਾ ਚੋਂ ਮਿਲਦੇ ਹਨ। ਤੇ 3 ਬੋਲ ਸਤਿਗੁਰੂ ਅਕਸਰ ਕਿਹਾ ਕਰਦੇ ਸਨ। ਬਈ ਇੱਕ ਤੇ ਧਰਮ ਦੀ ਕਿਰਤ ਕਰਨੀ ਹੈ, ਧਰਮ ਦੀ ਕਿਰਤ ਭਾਵ ਕਿ ਕਿਰਤ ਦੇ ਵਿੱਚ ਸੁਚਮਤਾ ਲੈ ਕੇ ਆਣੀ ਹੈ, ਸੱਚਾਈ ਲੈ ਕੇ ਆਣੀ ਹੈ, ਤੇ ਨਾਲ ਕੇਸਾਂ ਦੀ ਸੰਭਾਲ ਕਰਨੀ ਹੈ। ਇਹ ਮਸਟ ਹੈ ਸਿੱਖ ਦੇ ਲਈ। ਕੇਸਾਂ ਦੀ ਸੰਭਾਲ ਸਤਿਗੁਰੂ ਨਾਲ ਕਿਹਾ ਕਰਦੇ ਸਨ ਇਹ ਬੋਲ। ਭਾਈ ਮਰਦਾਨਾ ਜੀ ਕਿਉਂਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ ਸਨ, ਸਤਿਗੁਰੂ ਨੇ ਇੱਕੋ ਹੀ ਬੋਲ ਕਿਹਾ ਸੀ ਵੀ ਕੇਸਾਂ ਦੀ ਬੇਦਬੀ ਨਹੀਂ ਕਰਨੀ ਤੇ ਤੰਬਾਕੂ ਦਾ ਸੇਵਨ ਨਹੀਂ ਕਰਨਾ। ਤੇ ਭਾਈ ਮਰਦਾਨੇ ਨੇ ਇਹਨਾਂ ਬਚਨਾਂ ਦੇ ਉੱਤੇ ਸਾਰੀ ਜ਼ਿੰਦਗੀ ਪਹਿਰਾ ਦਿੱਤਾ। ਫਿਰ ਸਤਿਗੁਰੂ ਉਹੀ ਗੱਲ, ਨਸ਼ਿਆਂ ਤੋਂ ਰਹਿਤ ਜੀਵਨ ਜਿਉਣਾ ਹੈ, ਤੇ ਨਾਲ ਕਿਹਾ ਕਰਦੇ ਸਨ ਬਈ ਆਏ ਗਏ ਦੀ ਸੇਵਾ ਕਰਨੀ ਹੈ। ਇਹ 3 ਉਪਦੇਸ਼ ਸਾਨੂੰ ਅਕਸਰ ਸਾਡੀਆਂ ਲਿਖਤਾਂ ਵਿੱਚ ਮਿਲਣਗੇ, ਸਾਖੀਆਂ ਵਿੱਚ ਗੁਰੂ ਸਾਹਿਬ ਦੀ। ਤੇ ਪਾਤਸ਼ਾਹ ਕਹਿੰਦੇ ਸਨ ਜੇ ਤੂੰ ਸਿੱਖ ਬਣਨਾ ਹੈ, ਗੁਰੂ ਦੇ ਉਪਦੇਸ਼ ਦਾ ਧਾਰਨੀ ਹੋਣਾ ਹੈ, ਕਿਰਤ ਧਰਮ ਦੀ ਕਰਨੀ ਹੈ, ਕੇਸਾਂ ਦੀ ਸੰਭਾਲ ਕਰਨੀ ਹੈ, ਨਸ਼ਿਆਂ ਦੀ ਵਰਤੋਂ ਨਹੀਂ ਕਰਨੀ, ਤੇ ਆਏ ਗਏ ਦੀ ਸੇਵਾ ਕਰਨੀ ਹੈ। ਫਿਰ ਅਗਰ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਜੀਵਨ ਵੇਖੀਏ, ਜੇ ਸਾਡੇ 10 ਗੁਰੂ ਹੋਏ ਹਨ ਇੱਕ ਹਿਊਮਨ ਫਾਰਮ ਦੇ ਵਿੱਚ, ਤੇ ਮੈਂ ਕਈ ਵਾਰ ਸੋਚਦਾ ਹਾਂ 10 ਗੁਰੂਆਂ ਨੇ ਸਾਨੂੰ 10 ਸਿਧਾਂਤ ਦਿੱਤੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜੋ ਇੱਕ ਅਕਾਲ ਪੁਰਖ ਤੇ ਭਰੋਸੇ ਦਾ ਸਿਧਾਂਤ ਦਿੱਤਾ, ਗੁਰੂ ਅੰਗਦ ਦੇਵ ਜੀ ਨੇ ਸੇਵਾ ਹੁਕਮ ਵਿੱਚ ਰਹਿਣ ਦਾ ਸਿਧਾਂਤ ਦਿੱਤਾ, ਗੁਰੂ ਅਮਰਦਾਸ ਜੀ ਨੇ ਸੇਵਾ ਦਾ ਸਿਧਾਂਤ ਦਿੱਤਾ, ਗੁਰੂ ਰਾਮਦਾਸ ਜੀ ਨੇ ਨਿਮਰਤਾ ਦਾ ਸਿਧਾਂਤ ਦਿੱਤਾ, ਗੁਰੂ ਅਰਜਨ ਦੇਵ ਜੀ ਨੇ ਸਹਿਨਸ਼ੀਲਤਾ ਦਾ ਸਿਧਾਂਤ ਦਿੱਤਾ। ਅੱਗੇ ਜਾਵਾਂਗੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਲ ਦਾ, ਸ਼ਕਤੀ ਦਾ ਸਿਧਾਂਤ ਦਿੱਤਾ। 7ਵੇਂ ਪਾਤਸ਼ਾਹ ਜੀ ਨੇ ਦ੍ਰਿੜਤਾ ਦਾ ਸੰਕਲਪ ਸਾਨੂੰ ਦਿੱਤਾ ਹੈ। ਬਾਣੀ ਇਤਿਹਾਸ ਪੜਾਂਗੇ ਤੇ 8ਵੇਂ ਪਾਤਸ਼ਾਹ ਜੀ ਨੇ ਸਾਨੂੰ ਇਤਿਹਾਸ ਵਿੱਚ ਅਗਰ ਪੜਾਂਗੇ ਤੇ ਸਾਨੂੰ ਸੰਕਲਪ ਦਿੱਤਾ ਹੈ ਕਿਵੇਂ ਦੂਜਿਆਂ ਦੀ ਸੇਵਾ ਕਰਨੀ ਹੈ। ਇਸੇ ਪ੍ਰਕਾਰ ਗੁਰੂ ਦੇ ਹੁਕਮ ਵਿੱਚ ਕਿਵੇਂ ਰਹਿਣਾ ਹੈ। 9ਵੇਂ ਪਾਤਸ਼ਾਹ ਪਰਉਪਕਾਰ ਦਾ ਸਿਧਾਂਤ ਦ੍ਰਿੜ ਕਰਾਉਂਦੇ ਹਨ, ਤੇ ਦਸ਼ਮੇਸ਼ ਪਾਤਸ਼ਾਹ ਸੰਪੂਰਨਤਾ ਦੀ ਗੱਲ ਕਰਦੇ ਹਨ, ਭਾਵ ਇਹਨਾਂ ਸਾਰੇ ਗੁਣਾਂ ਨੂੰ ਲਿਆ ਕੇ ਤੇ ਉਹ ਖਾਲਸਾ ਤਿਆਰ ਕਰ ਦਿੰਦੇ ਹਨ। ਇਹ ਸਾਰੇ ਗੁਣ, ਤੇ ਇੱਕ ਜਗ੍ਹਾ ਕਿਤੇ ਕੈਂਪ ਵੀ ਲੱਗਾ ਸੀ, ਤੇ ਉੱਥੇ ਹੁਣ ਅੱਜ ਕੱਲ੍ਹ ਕਿਉਂਕਿ ਨੌਜਵਾਨਾਂ ਨੂੰ ਸਮਝਾਉਣਾ ਹੋਵੇ, ਪੜ੍ਹੇ ਲਿਖੇ ਬੱਚਿਆਂ ਨੂੰ, ਤੇ ਮੈਨੂੰ ਗੱਲ ਚੇਤੇ ਆਉਂਦੀ ਹੈ, ਤੇ ਉੱਥੇ ਅਸਾਂ ਨੇ ਇੱਕ ਕੀਵਰਡ ਬਣਾਇਆ ਸੀ ਉੱਥੇ। ਮੈਂ ਚਲੋ ਅੱਜ ਦਰਸ਼ਕਾਂ ਨਾਲ ਸਾਰਿਆਂ ਨਾਲ ਸਾਂਝਾ ਕਰਦਾ ਹਾਂ। ਆਪ ਇਸ ਗੱਲ ਨੂੰ ਨੋਟ ਕਰਨਾ ਕਿ ਆਮ ਤੁਸੀਂ ਵੇਖੋਗੇ ਆਰਟ ਆਫ ਲਿਵਿੰਗ ਜਾਂ ਵੇ ਆਫ ਲਾਈਫ, ਪਤਾ ਨਹੀਂ ਕਿਸ ਤਰੀਕੇ ਨਾਲ ਵੱਖ-ਵੱਖ ਸੰਪਰਦਾਇ ਸੰਸਾਰ ਵਿੱਚ ਚੱਲ ਰਹੀਆਂ। ਤੇ ਸਿੱਖੀ ਦੇ ਕਨਸੈਪਟਸ ਨੂੰ ਸਮਝਣ ਵਾਸਤੇ ਆਪ 3 ਸ਼ਬਦ ਯਾਦ ਕਰ ਲਓ, ਸਿੱਖ, ਲਾਈਫ, ਆਰਟ। ਇਹ 11 ਲੈਟਰਸ ਹਨ, SIKH ਸਿੱਖ, LIFE ਲਾਈਫ, ART ਆਰਟ, ਸਿੱਖ ਜੀਵਨ ਕਲਾ। ਤੇ ਹਰ ਇੱਕ ਅੱਖਰ ਜਿਵੇਂ S ਤੋਂ, ਇਹ ਅੱਜ ਕੱਲ ਦੇ ਜਿਵੇਂ ਪੜ੍ਹੇ ਲਿਖੇ ਬੱਚਿਆਂ ਨੂੰ ਸਮਝਾਉਣਾ ਹੋਵੇ ਤੇ ਇਹ 11 ਗੁਣ ਜਿਸ ਦੇ ਅੰਦਰ ਆ ਗਏ, ਠੀਕ ਹੈ, ਵਿਚਾਰ ਵਿਦਵਾਨਾਂ ਦੀ ਆਪਣੀ ਹੋਏਗੀ, ਪਰ ਇੱਕ ਸੌਖੀ ਸਮਝ ਵਾਸਤੇ ਤਾਂ ਕਿ ਅੱਜ ਦੇ ਬੱਚਿਆਂ ਨੂੰ ਸਮਝ ਆ ਜਾਵੇ, ਸਿੱਖ, ਲਾਈਫ, ਆਰਟ। ਸਭ ਤੋਂ ਪਹਿਲੇ ਜਿਹੜਾ S ਹੈ ਉਹ ਸਾਨੂੰ ਸਮਝਾਉਂਦਾ ਹੈ ਸੈਲਫ ਕੰਟਰੋਲ। ਜੇ ਸਿੱਖ ਬਣਨਾ ਹੈ, ਸਿੱਖ ਬਣਨ ਲਈ ਸਭ ਤੋਂ ਵੱਧ ਜ਼ਰੂਰੀ ਜਿਹੜਾ ਇੱਕ ਸਿਧਾਂਤ ਹੈ, ਇੱਕ ਗੁਣ ਹੈ, ਉਹ ਹੈ ਸਵੈ ਨਿਯੰਤਰਣ। ਆਪਣੇ ਉੱਤੇ ਕੰਟਰੋਲ ਹੋਣਾ ਬੜਾ ਜ਼ਰੂਰੀ ਹੈ। ਸਾਡੇ ਉੱਤੇ ਦੇਖੋ ਅੱਜ ਸਮੇਂ ਵਿੱਚ ਅਸੀਂ ਪਛੜ ਕਿਉਂ ਜਾਂਦੇ ਹਾਂ ਜਾਂ ਅਸੀਂ ਨਾਕਾਮਯਾਬ ਕਿਉਂ ਹੋ ਜਾਂਦੇ ਹਾਂ, ਕਿਉਂਕਿ ਸਾਡਾ ਆਪਣੇ ਉੱਤੇ ਕੰਟਰੋਲ ਨਹੀਂ। ਤੇ ਜਦੋਂ ਇਸ ਔਗੁਣ ਕਰਕੇ, ਆਪਣੇ ਉੱਤੇ ਕੰਟਰੋਲ ਨਾ ਹੋਣ ਕਰਕੇ, ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਕਿਸੇ ਵਿਕਾਰ ਵੱਲ ਜਾਂਦੇ ਹਾਂ, ਬਾਅਦ ਵਿੱਚ ਪਛਤਾਵਾ ਸਾਨੂੰ ਆਉਂਦਾ ਹੈ, ਬਾਅਦ ਵਿੱਚ ਕਿਤਨੀ ਦੇਰ ਰਿਗਰੈਟ ਕਰਦੇ ਰਹਿੰਦੇ ਹਾਂ, ਫਿਰ ਸੰਕਲਪ ਕਰਦੇ ਹਾਂ ਵੀ ਅੱਗੋਂ ਤੋਂ ਠੀਕ ਹੈ, ਆਪਣੇ ਆਪ ਨੂੰ ਸਵਾਰਾਂਗੇ, ਲੇਕਿਨ ਮਨ ਵਸ ਵਿੱਚ ਆਉਂਦਾ ਕੋਈ ਨਹੀਂ। ਤੇ ਗੁਰਬਾਣੀ ਸਾਨੂੰ ਵਾਰ-ਵਾਰ ਇਹ ਸਿਖਾ ਰਹੀ ਹੈ ਵੀ ਸੈਲਫ ਕੰਟਰੋਲ। ਜਿਵੇਂ ਸਿੱਖ, ਲਾਈਫ, ਆਰਟ, ਇਹ 11 ਅੱਖਰ ਸਮਝਣ ਵਾਲੇ ਹਨ। ਤੇ S ਤੋਂ ਸੈਲਫ ਕੰਟਰੋਲ ਸਮਝ ਲਵੋ, I ਤੋਂ ਇੰਟੈਗ੍ਰਿਟੀ ਸਮਝ ਲਵੋ, ਜਿਹਨੂੰ ਅਸੀਂ
ईमानदारी आख लईए सौखी समझ वास्ते। के तो तुसी काइंडनेस समझ लवो, दयालता, दया वाला गुण। एच तो असी हंबलनेस समझ लईए, निम्रता वाला गुण। फिर इस तो बाद लाइफ, LIFE, लाइफ, इसनूं असी आख दईए लॉयल्टी, वफादारी होवे साडी अकाल पुरख दे प्रति, गुरु दे प्रति, पंथ दे प्रति, अपने परिवार दे प्रति। फिर आई तो असी आइडेंटिटी समझ लईए, साडी पछाण। और ये पछाण केवल साडी भेख करके नहीं बल्कि जीवन करके। भेख करके ते असी करोड़ां विच एक सिख होएगा वो पछाणिया जावेगा। ये भेख करके सिख पछाणिया जा सकता है, जीवन करके भी सिख दी पछाण होनी बड़ी जरूरी है। फिर लाइफ, LIFE, एल तो लॉयल्टी, आई तो आइडेंटिटी हो गई, वखरी आइडेंटिटी। एफ तो जिहड़ा गुण है वो फॉरगिवनेस दा, क्षमा होनी सिख दे अंदर बड़ी जरूरी है। ये एक ऐसा गुण है जिहड़ा अगर साडी वे ऑफ लाइफ विच नहीं आएगा ते साडे घरां विचों कदी भी कलेश और टेंशन दूर नहीं हो सकती। निक्की निक्की गल ते असीं दूसरिਆਂ ਨੂੰ ਦੋਸ਼ੀ ਠਹਿਰਾ ਦਿੰਦੇ ਹਾਂ। सतगुरु ने तो देख के अडिट करन दा सानू गुण बख्शिश कीता है साडे पंथ ने। फिर एक्सीलेंस, श्रेष्ठता, ये केवल मेरी किरत विच नहीं, भगती विच भी, गुरबाणी विच भी, कीर्तन विच भी, कथा विच भी, साडा जो गतका है वो हर चीज विच एक्सीलेंस हो जावे। सिख लाइफ। और 3 अखर आखिरी दे रह गए आर्ट, ते ये तो फिर अटायर साडा भाव साडा पहरावा। क्योंकि अगर असी पढ़ांगे रहत मर्यादा ਉਹਦੇ ਚ ਸਾਨੂੰ ਕਿਧਰੇ ਵੀ पोशाक ਦੀ ਕੋਈ ਬੰਦਿਸ਼ ਨਹੀਂ, केवल दस्तार और कछहरे ਦੀ पोशाक ਦੀ ਬੰਦਿਸ਼ ਤੋਂ ਇਲਾਵਾ ਅਸੀਂ ਕੋਈ ਵੀ ਕੱਪੜੇ, ਕੋਈ ਵੀ ਵਸਤਰ ਪਾ ਸਕਦੇ ਹਾਂ। ਅੱਜ ਕਈ ਬੱਚੇ ਸਵਾਲ ਕਰਦੇ ਹਨ ਕਿ ਬਈ ਅਸੀਂ ਕਿਹੜੇ ਵਸਤਰ ਪਾਈਏ, ਕਿ ਸਾਡੇ ਸਿੱਖ ਪੰਥ ਵਿੱਚ ਇਹ ਕੱਪੜੇ ਪ੍ਰਵਾਨ ਨਹੀਂ। ਸਿੱਖ ਪੰਥ ਵਿੱਚ ਕੋਈ ਐਸਾ ਮੇਰੇ ਖਿਆਲ ਨਾਲ ਤੇ ਮੈਂ ਨਹੀਂ ਪੜਿਆ ਗੁਰੂ ਗ੍ਰੰਥ ਸਾਹਿਬ ਵਿੱਚ, ਬਸ ਇਹ ਕਿਹਾ ਗਿਆ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਕੱਪੜੇ ਤਨ ਨੂੰ ਢੱਕਣ ਵਾਸਤੇ, ਕੱਜਣ ਵਾਸਤੇ ਪਾਉਣੇ ਹਨ, ਉਹਦਾ ਪ੍ਰਦਰਸ਼ਨ ਕਰਨ ਵਾਸਤੇ ਨਹੀਂ ਪਾਉਣੇ। ਐਸਾ ਸਾਡਾ ਅਟਾਇਰ ਹੋਵੇ। ਫਿਰ ਆਰ ਤੋਂ ਹੈ ਰਿਸਪੌਂਸਿਬਿਲਿਟੀ, ਸਾਡੀ ਜ਼ਿੰਮੇਵਾਰੀ ਸਾਡੇ ਪਰਿਵਾਰ, ਕੌਮ, ਸਮਾਜ ਦੇ ਪ੍ਰਤੀ। ਤੇ ਅਖੀਰਲਾ ਆਰਟ, ਟੀ ਬਚਦਾ ਹੈ, ਇਹਦਾ ਅਰਥ ਹੈ ਥੈਂਕਫੁਲਨੈਸ। ਸਿੱਖ ਨੇ ਸਵਾਸ ਰੱਬ ਦਾ ਧੰਨਵਾਦ, ਰੱਬ ਦਾ ਸ਼ੁਕਰਾਨਾ ਕਰਨਾ ਹੈ। ਇਹ ਜਿਹੜੇ ਕੁਝ ਬੁਨਿਆਦੀ ਗੁਣ ਹਨ, ਇਹਨਾਂ ਦਾ ਆਗਮਨ ਅਗਰ ਸਾਡੀ ਜ਼ਿੰਦਗੀ ਵਿੱਚ ਹੋ ਜਾਵੇ ਤੇ ਸ਼ਾਇਦ ਅਸੀਂ ਸਿੱਖੀ ਦੇ ਰਸਤੇ ਦੇ ਉੱਤੇ ਤੁਰ ਸਕੀਏ, ਅਸੀਂ ਸਿੱਖ ਬਣਨ ਵਾਲੀ ਦਿਸ਼ਾ ਵਿੱਚ ਅੱਗੇ ਵੱਧ ਸਕੀਏ। ਬਹੁਤ ਸੋਹਣੇ ਤਰੀਕੇ ਨਾਲ ਵੀ ਜੀ ਆਪਨੇ ਦੱਸਿਆ। ਲੇਕਿਨ ਜਿਨ੍ਹਾਂ ਨੇ ਸਵਾਲ ਪੁੱਛਿਆ ਮੈਂ ਉਹਨਾਂ ਨੂੰ ਬੇਨਤੀ ਕਰਾਂ, ਗਰਮੀ ਵਿੱਚ ਨਾ ਬੰਦਾ ਜਦ ਚੱਲ ਕੇ ਆਉਂਦਾ ਹੈ ਤੇ ਵੜਦਿਆਂ ਹੀ ਕਹਿੰਦਾ ਬੜੀ ਪਿਆਸ ਲੱਗੀ ਹੈ, ਪਾਣੀ ਪਿਲਾਓ ਜੀ। ਤੇ ਉਹਨੂੰ ਜਦ ਪਾਣੀ ਮਿਲਦਾ ਹੈ ਤੇ ਬੜੀ ਤ੍ਰਿਪਤੀ ਹੁੰਦੀ ਉਹਦੀ ਪਾਣੀ ਪੀ ਕੇ। ਤੇ ਤੁਸੀਂ ਇਹ ਸਵਾਲ ਪੁੱਛਿਆ, ਮੈਨੂੰ ਨਹੀਂ ਪਤਾ, ਕਿਉਂਕਿ जब तक अंदर प्यास नहीं है ना, गुरु साहब कहते ज्यो तो प्रेम खेलन का चाहो, वो प्रेम दी जे प्यास तुहाडे अंदर नहीं है तो सवाल पुछ के फायदा नहीं होना। फायदा तां होना है जिस प्यास तुहाडे अंदर लगी होवे, फिर उसनूं बुझाउण दा फायदा है। ते तुसीं ये प्यास होवे ने, ज्यो तो प्रेम खिलन का चाहो, सिर तर तली गली मोरी आओ। ते गुरु साहब कहंदे ने जे तैनूं इस प्रेम दी प्यास लगी है तो ਉਹਦਾ ਰਸਤਾ मैं तैनूं दसना, तू अपनी मत त्याग ते मेरे कोल आ जा, मैं तेनों दसना है रस्ता किवें अगे मैं तेनों पार लगावांगा। ते गल इन्नी जी है जिहड़ी वीर जी ने गल समझाउण दी कोशिश कीती है सिख बनन दे लई। लेकिन गल ये समझो कि तुहानूं प्यास लगी है या नहीं। जे ते प्यास लगी है तो मैनूं लगदा है अज पुज जाएगी। अज तो तुसीं उही काम करोगे जो गुरु नूं प्यारे लगदे ने, जिस नाल तुसीं गुरु नूं प्यारे लगण लग जाओगे। जे तुहानूं प्यास नहीं लगी, तुसीं सिर्फ सरसरी सवाल पुछिआ, हले अपनी हौमे अपनी ईगो तुसी उत्थे ही रखी है, फिर जवाब कोई नहीं दे सकता। इस तो अच्छा जवाब कोई नहीं दे सकता। वीर जी ने बड़े विस्तार दे नाल चीज नूं समझाउण दी कोशिश कीती है। एक बेनती छोटी जी और करनी चाहांगा इस एडिशन में, क्योंकि ये सारे बैरूनी हले असाने गुण लेके आने, बाकी फिर वो जिहड़ा विचार सतगुरु दे ने सिੱਖੀ सिੱਖਿਆ गुरु विचार नदरी कर्म लंगाए पार, वो सिद्धांत फिर अगली गल जे ये नाल, क्योंकि गल आप जी ने बड़ी गहरी गल की प्यास वाली, ते वो गल फिर वही है कि फिर ये ते असां ने यतन करना है। इन्हां यत्नां ते गुरु प्रसन्न होके फिर किधरे साडा बेड़ा बन्ने ला देवे, पार ला देवे। जी, महाराज दया करे साडे सारियां दे उपर। अगला सवाल वीर जी, एक वीर ने पूछा कि वाई सिक्स आर ऑलवेज फाउंड हेल्पिंग अराउंड इन ऑल सिचुएशंस। हर जगह सिक्खी क्यों नजर आंदे ने, हर वेले लोगों की मदद करते हुए, सेवा करते हुए। सवाल है मैं इन्हू कॉम्प्लीमेंट ज्यादा समझदा सवाल तो।
ਦੇਖੋ ਹੁਣ ਗੱਲ ਉਹੀ ਆ ਜਾਂਦੀ ਹੈ ਕਿ ਜਿਹਾ ਜੀ ਸਿੱਖਿਆ ਕਿਸੇ ਨੂੰ ਘਰੋਂ ਮਿਲੇ ਨਾ, ਉਹਦਾ ਸੁਭਾਅ, ਉਹਦੀ ਕਰਨੀ ਉਸ ਤਰੀਕੇ ਦੀ ਬਣ ਜਾਂਦੀ ਹੈ। ਤੇ ਮੈਂ ਕੱਲ ਪੋਸਟ ਪੜ੍ਹ ਰਿਹਾ ਸੀ ਕਿ ਕਿਸੇ ਬੰਦੇ ਨੇ ਪੋਸਟ ਪਾਈ ਸੀ WhatsApp ਤੇ, ਪਹਿਲੇ ਵੀ ਕਈ ਵਾਰ ਸ਼ੇਅਰ ਕੀਤੀ ਸੀ ਲੋਕਾਂ ਨੇ, ਬਈ ਗੁਰੂ ਨਾਨਕ ਸਾਹਿਬ ਨੇ ਜੋ 20 ਰੁਪਏ ਦਾ ਸੱਚਾ ਸੌਦਾ ਕੀਤਾ, ਜੇ ਉਹਦੀ FD ਉਸ ਵੇਲੇ ਕਰਾਈ ਹੁੰਦੀ ਤੇ ਅੱਜ ਕਿੰਨੇ ਕੁ ਪੈਸੇ ਹੋਏ ਹੁੰਦੇ। ਮਤਲਬ ਤੇ ਫਿਰ ਉਹ ਆਮ ਦੇਖੋ ਐਪਸ ਆਉਂਦੀਆਂ ਫਾਈਨੈਂਸ਼ੀਅਲ ਕੈਲਕੂਲੇਟਰ, ਮੇਰੇ ਕੋਲ ਐਪ ਸੀ, ਮੇਰੇ ਦਿਮਾਗ 'ਚ ਆ ਗਈ ਗੱਲ, ਮੈਂ ਉੱਥੇ 20 ਰੁਪਇਆ ਪਾਇਆ ਤੇ 550 ਸਾਲ ਸਤਿਗੁਰੂ ਦੇ ਆਗਮਨ ਨੂੰ ਹੋ ਗਏ, ਵਿੱਚੋਂ ਚਲੋ ਤੁਸੀਂ 20 ਸਾਲ ਘਟਾ ਦਿਓ ਤੇ 530 ਸਾਲਾਂ ਦੇ ਵਿੱਚ ਉਹਨੂੰ 12 ਨਾਲ ਮਲਟੀਪਲਾਈ ਕਰਕੇ ਜਿੰਨੇ ਮਹੀਨੇ ਆਏ, ਮੈਂ ਹੈਰਾਨ ਹੋ ਗਿਆ। ਪ੍ਰਿੰਸੀਪਲ 20 ਰੁਪਏ ਦਾ, ਉਹ ਮੇਰੇ ਕੋਲੋਂ ਗਿਣੀ ਵੀ ਨਹੀਂ ਗਈ ਰਕਮ, ਸੱਚੀ ਦੱਸਾਂ ਰਕਮ ਗਿਣੀ ਨਹੀਂ ਗਈ। ਮੈਂ ਮਤਲਬ ਸੋਚ ਰਿਹਾ ਸੀ, ਮੈਂ ਕਿਹਾ ਸਕਰੀਨਸ਼ਾਟ ਇਹਦਾ ਸਾਂਝਾ ਕਰਾਂ ਸੰਗਤ ਦੇ ਨਾਲ, ਬਈ ਕੋਈ ਦੱਸੇ ਤੇ ਸਹੀ ਇਹ ਰਕਮ ਹੈ ਕਿਤਨੀ। ਤੇ ਕਹਿਣ ਤੋਂ ਭਾਵ ਕਿ ਗੁਰੂ ਨਾਨਕ ਸਾਹਿਬ ਸੂਰਜ ਪ੍ਰਕਾਸ਼ 'ਚ ਇੱਕ ਕਥਾ ਆਉਂਦੀ ਹੈ, ਸੇਵਾ ਦੀ ਗੱਲ ਲਈ ਨਾ, ਚਲੋ ਗੱਲ ਚੇਤੇ ਆ ਗਈ ਕਿ ਮਾਤਾ ਨਾਨਕੀ ਜੀ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜੀ ਚੀਜ਼ ਦਿੰਦੇ ਨੇ ਸਤਿਗੁਰੂ ਜੀ ਨਾ ਬਾਹਰ ਲੋੜਵੰਦਾਂ ਨੂੰ ਦੇ ਆਉਂਦੇ। ਇਹ ਤੇ ਸਾਡੇ ਗੁਰੂ ਦਾ ਬਚਪਨ ਦਾ ਗੁਣ ਸੀ, ਬੁਨਿਆਦੀ ਗੁਣ ਸੀ, ਤੇ ਸਾਡੀਆਂ ਰਗਾਂ ਵਿੱਚ ਕਹਿ ਲਓ ਕਿ ਸਾਡੇ ਸੁਭਾਅ ਵਿੱਚ ਤੇ ਆਣਾ ਹੀ ਆਣਾ ਸੀ। ਤੇ ਜੋ ਚੀਜ਼ ਅਸੀਂ ਜਿਵੇਂ ਸਿੱਖਦੇ ਹਾਂ ਤੇ ਜਜ਼ਬਾ ਸਤਿਗੁਰੂ ਨੇ ਸਾਨੂੰ ਦਿੱਤਾ। ਹੁਣ ਇਹਦੀ ਪ੍ਰੋੜਤਾ ਦੇ ਲਈ ਚਲੋ ਅਸੀਂ ਜੇ ਦੇਖੀਏ, ਗੁਰੂ ਸਾਹਿਬ ਨੇ ਸੇਵਾ ਦੇ ਉੱਤੇ ਹੀ ਜ਼ੋਰ ਦਿੱਤਾ ਹੈ, ਬਲਕਿ ਗੁਰਤਾ ਗੱਦੀ ਗੁਰੂਆਂ ਨੂੰ, ਅਗਲੇ ਸੇਵਕਾਂ ਨੂੰ ਸੇਵਕ ਬਣ ਕੇ ਮਿਲੀ। ਸਤਿਗੁਰੂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਕਿਉਂ? ਕਿਉਂਕਿ ਉਹ ਜਾਣਦੇ ਸਨ ਕਿ ਸਾਹਿਬਜ਼ਾਦੇ ਗੁਰਤਾ ਗੱਦੀ ਤੇ ਬੈਠ ਕੇ ਇਹੀ ਕਹਿਣਗੇ ਬਈ ਇਹ ਸਾਡੀ ਮਲਕੀਅਤ ਹੈ, ਅਸੀਂ ਇਹਦੇ ਵਾਰਸ ਹਾਂ। ਸਤਿਗੁਰੂ ਨੇ ਗੁਰਤਾ ਗੱਦੀ ਤੇ ਵਾਰਸ ਨਹੀਂ ਬਿਠਾਇਆ, ਸਤਿਗੁਰੂ ਨੇ ਗੁਰਤਾ ਗੱਦੀ ਦੇ ਉੱਤੇ ਐਲੀਜੀਬਲ ਉਹ ਸੋਲ ਬਿਠਾਈ ਹੈ, ਐਲੀਜੀਬਲ ਸਰੀਰ ਬਿਠਾਇਆ ਹੈ, ਜਾਂ ਉਹ ਸਰੀਰ ਜਿਹਦੇ ਅੰਦਰ ਜੋਤ ਨੂੰ ਐਕਸੈਪਟ ਕਰਨ ਦੀ, ਜੋਤ ਨੂੰ ਟਿਕਾਣ ਦੀ ਤਾਕਤ ਆ ਗਈ। ਇਤਿਹਾਸ ਪੜ੍ਹ ਕੇ ਵੇਖੀਏ, ਜ਼ਿਆਦਾ ਲੰਬਾ ਨਹੀਂ ਕਰਾਂਗੇ ਦਾ ਉੱਤਰ ਪੰਜਵੇਂ ਪਾਤਸ਼ਾਹ ਜੀ ਦਾ, ਕਿਉਂਕਿ ਸ਼ਹੀਦੀ ਦਿਹਾੜਾ ਪਿਛਲੇ ਦਿਨ ਹੀ ਗਿਆ ਹੈ। ਇਤਿਹਾਸ 'ਚ ਇੱਕ ਜਗ੍ਹਾ ਹੁੰਦਾ ਹੈ ਕਿ ਜਿਸ ਸਮੇਂ ਲਾਹੌਰ ਦੇ ਵਿੱਚ ਕਾਲ ਪਿਆ, ਅੱਜ ਵਰਗਾ ਜਿਵੇਂ ਦੇਖੋ ਮਾਹੌਲ ਚੱਲ ਰਿਹਾ ਹੈ ਨਾ, ਇਹ ਹੁਣ ਪਿੱਛੇ ਰਿਸਰਚ ਆਈ ਸੀ ਵੀ ਹਰ 100 ਸਾਲ ਬਾਅਦ ਇਹ ਜਿਹਾ ਹੁੰਦਾ ਹੈ ਜੀ। 1920 ਚ ਵੀ ਆਇਆ, 1820 ਚ ਵੀ ਆਇਆ, ਇੰਝ ਹੀ ਹੋਇਆ। ਤੇ ਗੁਰੂ ਸਾਹਿਬ ਜੀ ਦੇ ਵੇਲੇ ਨਾ ਇੱਕ ਕਾਲ ਪੈ ਗਿਆ, ਮਤਲਬ ਜਿਹਨੂੰ ਅਸੀਂ ਸੁੱਖਾ ਕਹਿ ਦਈਏ ਚਲੋ ਜੀ ਜੀ। ਤੇ ਉਸ ਵੇਲੇ ਤੇ ਇਤਨੀਆਂ ਉਸ ਵੇਲੇ ਸੁਵਿਧਾਵਾਂ ਨਹੀਂ ਸਨ, ਖੂਹ ਵਿੱਚੋਂ ਪਾਣੀ ਨਿਕਲਿਆ ਕਰਦਾ ਸੀ, ਜਾਂ ਬਰਸਾਤ ਦੇ ਪਾਣੀ ਤੇ ਲੋਕੀ ਨਿਰਭਰ ਸਨ। ਉਹ ਐਸਾ ਕਾਲ ਪਿਆ ਕਿ ਭੁੱਖਮਰੀ ਫੈਲ ਗਈ। ਭੁੱਖਮਰੀ ਦੇ ਨਾਲ ਉੱਥੇ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ, ਤੇ ਮੌਤਾਂ ਇਤਨੀ ਵੱਧ ਗਿਣਤੀ ਵਿੱਚ ਹੋਈਆਂ ਕਿ ਮਹਾਮਾਰੀ ਨਾਲ ਹੀ ਉੱਥੇ ਫੈਲ ਗਈ। ਗੁਰੂ ਅਰਜਨ ਦੇਵ ਜੀ ਨੂੰ ਜਿਸ ਸਮੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਸ ਗੱਲ ਦਾ ਪਤਾ ਲੱਗਿਆ, ਸਤਿਗੁਰੂ ਨੇ ਬਗੈਰ ਦੇਰ ਕੀਤਿਆਂ, ਸਾਡਾ ਇਤਿਹਾਸ ਕਹਿੰਦਾ ਹੈ ਕਿ ਜਿਤਨੀ ਰਸਦ ਸੀ, ਜਿਤਨੀ ਦਸਵੰਧ ਦੀ ਮਾਇਆ ਸੀ, ਉਹ ਸਾਰੀ ਲੈ ਕੇ ਗੱਡੀਆਂ ਤੇ ਸਮਾਨ ਲੱਦਿਆ ਤੇ ਅੰਮ੍ਰਿਤਸਰ ਤੋਂ ਲਾਹੌਰ ਚਲੇ ਗਏ। ਉੱਥੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀ ਉਹਨਾਂ ਰੋਗੀਆਂ ਦੇ ਉਹਨਾਂ ਨੂੰ ਦਵਾਈਆਂ ਮੁਹੱਈਆ ਕਰਾਈਆਂ, ਰਾਸ਼ਨ ਮੁਹੱਈਆ ਕਰਾਇਆ। ਇਤਿਹਾਸ ਇੱਥੋਂ ਤੱਕ ਕਹਿੰਦਾ ਹੈ ਕਿ ਇੱਕ ਦਾ ਸੰਸਕਾਰ ਕਰਕੇ ਆਂਦੇ ਸਨ ਤੇ ਅੱਗੇ 10 ਮੌਤਾਂ ਹੋਰ ਹੋਈਆਂ ਹੁੰਦੀਆਂ ਸਨ। ਤੇ ਜਿੱਥੇ ਇਹ ਸਰੀਰਾਂ ਨੂੰ ਲੇਖੇ ਲਾਣ ਦੀ ਗੱਲ, ਅੱਜ ਤੁਸੀਂ ਵੇਖੋ, ਮੈਂ ਸਵੇਰੇ ਹੀ ਪੜ੍ਹ ਰਿਹਾ ਸਾਂ, ਬੜੀ ਇੱਕ ਪੋਸਟ ਅੱਜ ਕੱਲ ਵਾਇਰਲ ਹੋ ਰਹੀ ਹੈ ਕਿ ਉਹ ਸਰੀਰ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਨੇ ਕਰਕੇ ਜਿਨ੍ਹਾਂ ਦੀ ਮੌਤ ਹੋ ਗਈ, ਤੇ ਘਰ ਵਾਲੇ ਵੀ ਐਕਸੈਪਟ ਨਹੀਂ ਕਰ ਰਹੇ, ਉੱਥੇ ਵੀ ਤੁਹਾਨੂੰ ਇਹ ਦਸਤਾਰ ਵਾਲੇ ਸਿੰਘ ਨਜ਼ਰ ਆਣਗੇ, ਹੋਰ ਕੋਈ ਨਹੀਂ ਉੱਥੇ। ਮਤਲਬ ਜਜ਼ਬਾ ਦੇਖੋ ਕੈਸਾ ਗੁਰੂ ਸਾਹਿਬ ਨੇ ਦਿੱਤਾ, ਜੋ ਕੰਮ ਕੋਈ ਨਹੀਂ ਕਰ ਰਿਹਾ ਉੱਥੇ ਤੁਹਾਨੂੰ ਗੁਰੂ ਕਾ ਖਾਲਸਾ ਨਜ਼ਰ ਆਏਗਾ, ਉੱਥੇ ਸਿੱਖ ਤੁਹਾਨੂੰ ਮਿਲੇਗਾ। ਇਹ ਜਜ਼ਬਾ ਗੁਰੂ ਨੇ ਸਾਡੇ ਅੰਦਰ ਭਰਿਆ ਹੈ, ਕੁਦਰਤੀ। ਠੀਕ ਹੈ, ਦੂਸਰੇ ਉਹ ਵੀ ਹਨ ਮੇਰੇ ਵਰਗੇ ਜਿਹੜੇ ਗੱਲਾਂ ਬੜੀਆਂ ਕਰਦੇ ਹਨ ਲੇਕਿਨ ਹੱਥੀਂ ਕੁਝ ਕਰ ਨਹੀਂ ਸਕਦੇ, ਤੇ ਉਹ ਵੀ ਬਿਰਤੀ ਮਿਲੇਗੀ। ਲੇਕਿਨ ਬਹੁ ਗਿਣਤੀ ਸਾਡੇ ਵਿੱਚ, ਸਿੱਖ ਸਮਾਜ ਵਿੱਚ ਐਸੀ ਹੈ ਕਿ ਜਿਹਦੇ ਵਿੱਚ ਸਤਿਗੁਰੂ ਜੀ ਨੇ ਸੱਚਮੁੱਚ ਜਜ਼ਬਾ ਭਰਿਆ ਹੈ। ਠੀਕ ਹੈ, ਭਾਵੇਂ ਉਹ ਗੁਰਦੁਆਰੇ ਘੱਟ ਆਉਂਦਾ ਹੋਵੇ, ਭਾਵੇਂ ਬਾਣੀ ਘੱਟ ਪੜਦਾ ਹੋਵੇ, ਲੇਕਿਨ ਜਦੋਂ ਸੇਵਾ ਦੀ ਗੱਲ ਆਏਗੀ ਨਾ, ਸੇਵਾ ਵਾਸਤੇ ਸਭ ਤੋਂ ਅੱਗੇ ਤੁਹਾਨੂੰ ਮਿਲਣਗੇ ਸਿੰਘ। ਗੁਰੂ ਸਾਹਿਬ ਨੇ ਇਹ ਜਜ਼ਬਾ ਭਰਿਆ। ਸਾਖੀਆਂ ਮਿਲਦੀਆਂ, ਦਵਾਖਾਨੇ ਸਤਿਗੁਰੂ ਨੇ ਉੱਥੇ ਖੋਲੇ, ਯਤੀਮਖਾਨੇ ਸਤਿਗੁਰੂ ਨੇ ਉੱਥੇ ਖੋਲੇ। ਮਤਲਬ ਆਪਣੇ ਹੱਥੀ ਸਤਿਗੁਰੂ ਜੀ ਨੇ ਉੱਥੇ ਸੇਵਾ ਕੀਤੀ। ਤੇ ਸਤਿਗੁਰੂ ਨੇ ਨਾਲ ਵਾਰ-ਵਾਰ ਇਹ ਕਿਹਾ ਕਰਦੇ ਸਨ ਗੁਰੂ ਸਾਹਿਬ ਵਿੱਚ, ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਔਰ ਇਹ ਕਹਿੰਦੇ ਸਨ ਕਿ ਇਹ ਸੇਵਾ ਤੂੰ ਇਹ ਨਹੀਂ ਜਾਣਨਾ ਕਿ ਹਿੰਦੂ ਦੀ ਕਰ ਰਿਹਾ, ਮੁਸਲਮਾਨ ਦੀ ਜਾਂ ਸਿੱਖ ਦੀ ਕਰ ਰਿਹਾ, ਨਹੀਂ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ।
ਰੱਬ ਨੂੰ ਸਾਹਮਣੇ ਜਾਣ ਕੇ ਤੇ ਤੂੰ ਸੇਵਾ ਕਰ, ਇਹ ਸਮਝ ਤੂੰ ਰੱਬ ਦੀ ਸੇਵਾ ਕਰ ਰਿਹਾ ਹੈ, ਬਸ ਸਭ ਦੀ ਨਹੀਂ, ਤੂੰ ਰੱਬ ਦੀ ਕਰ ਰਿਹਾ ਹੈ। ਰੱਬ ਦੀ ਸੇਵਾ ਵਿੱਚ ਸਭ ਦੀ ਸੇਵਾ ਆਪੇ ਹੀ ਆ ਜਾਵੇਗੀ। क्या ਇਹ बात। ਜਜ਼ਬਾ ਸਤਿਗੁਰੂ ਨੇ ਪੜਿਆ, ਇਸ ਭਰਿਆ ਹੈ, ਇਸ ਕਰਕੇ ਸਿੱਖ ਹਰ ਮੋਰਚੇ ਤੇ ਤੁਹਾਨੂੰ ਅੱਗੇ ਹੀ ਮਿਲੇਗਾ। ਬਹੁਤ ਅੱਛਾ ਵੀਰ ਜੀ ਤੁਸੀਂ ਜਵਾਬ ਦਿੱਤਾ ਹੈ। ਤੇ ਚੌਥਾ ਸਵਾਲ ਵੀਰ ਜੀ ਆਇਆ ਹੈ ਕਿ Sikhs are considered as warriors and a soft-hearted people. How true is this today? ਜਿਹੜੇ ਸਿੱਖ ਨੇ ਉਹ ਇੱਕ ਬਹੁਤ ਜੁਝਾਰੂ ਤੇ ਬਹੁਤ ਹੀ ਦਇਆਵਾਨ ਕੌਮ ਮੰਨੀ ਜਾਂਦੀ ਹੈ। ਅੱਜ ਦੇ ਕੰਟੈਕਸਟ ਵਿੱਚ ਅੱਜ ਦੇ ਬੱਚਿਆਂ ਦੇ ਹਿਸਾਬ ਨਾਲ ਇਹ ਕਿਤਨਾ ਕੁ ਇਸ ਜਨਰੇਸ਼ਨ ਦੇ ਨਾਲ ਸਹੀ ਹੈ? ਠੀਕ ਹੈ। ਦੇਖੋ ਗੁਰੂ ਸਾਹਿਬ ਜੀ ਨੇ ਨਾ ਸਿੱਖ ਦੀ ਜਿਹੜੀ ਘਾੜਤ ਹੈ ਉਹ ਮੁਕੰਮਲ ਰੂਪ ਵਿੱਚ ਘੜੀ ਹੈ। ਤੇ ਅਸੀਂ ਕਈ ਵਾਰ ਵੇਖਦੇ ਹਾਂ ਜਿਵੇਂ ਮਿੱਟੀ ਦੇ ਭਾਂਡੇ ਕੋਈ ਘੁਮਿਆਰ ਬਣਾਉਂਦਾ ਹੈ ਤੇ ਉਹ ਪਹਿਲੇ ਮਿੱਟੀ ਦੇ ਭਾਂਡੇ ਬਣਾ ਕੇ ਕੱਚੇ ਤੇ ਉਹਨਾਂ ਨੂੰ ਉਹ ਧੁੱਪ ਤੇ ਸੁਕਾਉਂਦਾ ਹੈ ਥੋੜੇ ਦਿਨ। ਉਸ ਤੋਂ ਬਾਅਦ ਉਹਨਾਂ ਭਾਂਡਿਆਂ ਨੂੰ ਜਦੋਂ ਥੋੜੇ ਜਿਹੇ ਸਟੇਬਲ ਹੋ ਜਾਂਦੇ ਨੇ ਫਿਰ ਆਵੇ ਵਿੱਚ ਤਪਾਇਆ ਜਾਂਦਾ ਹੈ। ਮੈਂ ਇਹ ਸਮਝਦਾ ਵਾਂ ਕਿ ਸਿੱਖ ਦੀ ਘਾੜਤ ਵੀ ਗੁਰੂ ਸਾਹਿਬ ਜੀ ਨੇ ਬਿਲਕੁਲ ਇਸੇ ਤਰ੍ਹਾਂ ਘੜੀ ਹੈ। ਪਹਿਲੇ 5 ਜਾਮਿਆਂ ਦੇ ਵਿੱਚ ਭਾਈ ਗੁਰਦਾਸ ਜੀ ਜਿਵੇਂ ਲਿਖਦੇ ਹਨ, 5 ਪਿਆਲੇ 5 ਪੀਰ। ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੱਦੀ ਤੇ ਬੈਠਣ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਉਹਨੂੰ ਸਮਰਪਿਤ ਹੈ ਬੋਲ ਸਨ, ਛਟਮ ਪੀਰ ਬੈਠਾ ਗੁਰ ਭਾਰੀ। ਗੁਰਬਾਣੀ ਪਰ 5 ਪਿਆਲੇ ਜਿਹੜੇ ਉਹ ਸੰਕੇਤ ਦਿੱਤਾ ਨਾ, 5 ਪਿਆਲੇ, ਉਹ 5 ਪਿਆਲੇ 5 ਗੁਣਾ ਦਾ ਸੰਕੇਤ ਸਨ। ਸਤ, ਸੰਤੋਖ, ਦਇਆ, ਧੀਰਜ ਤੇ ਧਰਮ, ਇਹ 5 ਗੁਣਾ ਦਾ ਸੂਚਕ ਸਨ। ਇੰਜ ਕਹਿ ਦਈਏ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤੱਕ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ, ਸਾਨੂੰ ਸਤ, ਸੰਤੋਖ, ਦਇਆ, ਧੀਰਜ ਤੇ ਧਰਮ ਦਾ ਪਾਠ ਪੜਾਇਆ ਗਿਆ। ਤੇ ਪ੍ਰੀਖਿਆ ਸਿੱਖ ਨੇ ਨਹੀਂ ਦਿੱਤੀ, ਪ੍ਰੀਖਿਆ ਗੁਰੂ ਨੇ ਆਪ ਦਿੱਤੀ ਸਿੱਖਾਂ ਦੇ ਲਈ। ਇਹ ਪ੍ਰੈਕਟੀਕਲ ਗੁਰੂ ਨੇ ਆਪ ਕਰਕੇ ਦਿਖਾਇਆ ਕਿ ਮੈਨੂੰ ਵੀ ਤੱਤੀ ਤਵੀ ਤੇ ਬਹਿਣਾ ਪੈ ਰਿਹਾ ਹੈ, ਮੈਨੂੰ ਵੀ ਸ਼ਹੀਦ ਹੋਣਾ ਪੈ ਰਿਹਾ ਹੈ, ਤੇ ਇਸ ਕਰਕੇ ਤੁਹਾਨੂੰ ਵੀ ਸ਼ਾਇਦ ਇਸ ਰਸਤੇ ਤੇ ਤੁਰਨਾ ਪਵੇਗਾ। ਔਰ ਅੱਗੇ ਤੁਸੀਂ ਦੇਖੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਤੇ ਸ਼ਹੀਦਾਂ ਦੇ ਸਿਰਤਾਜ ਕਈ ਇਸ ਕਰਕੇ ਗਿਆ ਕਿ ਸ਼ਹੀਦਾਂ ਦੀਆਂ ਲਾਈਨਾਂ ਲੱਗ ਗਈਆਂ। ਇੱਥੇ ਸੁਬੇਗ ਸਿੰਘ, ਸ਼ਾਬਾਸ਼ ਸਿੰਘ ਜੀ ਵਰਗੇ ਹੋਏ ਜਿਹੜੇ ਆਪ ਹੱਸ ਹੱਸ ਕੇ ਚਰਖੀਆਂ ਤੇ ਚੜੇ। ਵੀਰ ਸਿੰਘ ਜੀ, ਧੀਰ ਸਿੰਘ ਜੀ ਵਰਗੇ ਹੋਏ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸਨ ਅਸੀਂ ਬੰਦੂਕ ਪਲਕਣੀ ਹੈ ਤੇ ਇੱਕ ਨੂੰ ਧੱਕਾ ਮਾਰ ਕੇ ਦੂਜਾ ਅੱਗੇ ਆਉਂਦਾ ਸੀ। ਇਹ ਜੁਝਾਰੂ ਜਾਂ ਵਾਰੀਅਰ ਵਾਲਾ ਇੱਕ ਗੁਣ ਸੀ। ਤੇ ਨਾਲ ਹੀ ਇੱਕ ਨਰਮ ਦਿਲ ਵੀ ਸਿੱਖ ਨੂੰ ਪਾਤਸ਼ਾਹ ਜੀ ਨੇ ਦਿੱਤਾ। ਇਤਨੀ ਨਰਮੀ ਅੰਦਰ ਭਰ ਦਿੱਤੀ, ਇਹ ਨਰਮੀ ਪਹਿਲੇ ਭਰੀ ਗਈ। ਇੰਜ ਆਖਦੀ ਹੈ ਨਰਮੀ ਵਾਲਾ ਗੁਣ ਸਤ, ਸੰਤੋਖ, ਦਇਆ, ਧੀਰਜ, ਧਰਮ ਭਰਿਆ ਗਿਆ। ਲੇਕਿਨ ਜਿਵੇਂ ਆਪ ਦੇਖੋ ਨਾਰੀਅਲ ਅਸੀਂ ਸਾਰੇ ਖਾਂਦੇ ਹਾਂ, ਅੰਦਰੋਂ ਨਰਮ ਹੈ, ਲੇਕਿਨ ਉਹਦੀ ਪ੍ਰੋਟੈਕਸ਼ਨ ਦੇ ਵਾਸਤੇ ਬਾਹਰ ਇੱਕ ਸ਼ੈਲ ਹਾਰਡ ਹੁੰਦੀ ਹੈ। ਉਹ ਬਹੁਤ ਜ਼ਰੂਰੀ ਹੈ। ਸਿੱਖ ਦੀ ਘਾੜਤ ਇਸੇ ਤਰ੍ਹਾਂ ਘੜੀ ਗਈ। ਬਾਹਰੋਂ ਸਿੱਖ ਠੀਕ ਹੈ, ਜੋਧਾ ਔਰ ਜੁਝਾਰੂ ਲੱਗੇਗਾ, ਵਾਰੀਅਰ ਲੱਗੇਗਾ, ਪਰ ਅੰਦਰੋਂ ਸਿੱਖ ਦੇ ਅੰਦਰ ਸਤਿਗੁਰੂ ਜੀ ਨੇ ਉਹ ਨਾਰੀਅਲ ਵਾਲੀ ਅੰਦਰ ਦੀ ਜਿਵੇਂ ਗਰੀ ਹੈ ਨਾ, ਕੋਮਲ ਮਿੱਠੀ, ਔਰ ਅੰਦਰ ਪਾਣੀ ਹੈ, ਇਹ ਦ੍ਰਵਿਤ ਕੀਤਾ ਹੈ ਸਿੱਖ ਨੂੰ ਅੰਦਰ। ਲੇਕਿਨ ਇਹ ਵਾਲੇ ਗੁਣ ਪਹਿਲੇ ਭਰੇ ਗਏ ਸਨ। ਉੱਤੋਂ ਪ੍ਰੋਟੈਕਸ਼ਨ ਵਾਸਤੇ ਅਗਲੇ 5 ਜਾਮਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਤੇ ਸਤਿਗੁਰੂ ਜੀ ਨੇ ਸਾਨੂੰ ਉਹ ਜਿਹਨੂੰ ਆਖਦੀ ਹੈ ਵਾਰੀਅਰ ਵਾਲਾ ਗੁਣ ਦੇ ਦਿੱਤਾ, ਨਰਮ ਦਿਲੀ ਪਹਿਲੇ ਦੇ ਦਿੱਤੀ, ਦੋਨਾਂ ਦਾ ਬੈਲੈਂਸ ਬਣਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਸਗੋਂ ਇੱਕ ਬਚਨ ਆਉਂਦਾ ਇਤਿਹਾਸ ਵਿੱਚ ਕਿ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਕਿਹਾ ਕਰਦੇ ਸਨ ਕਿ ਹਰ ਸਿੱਖ ਦੇ ਘਰ ਲੋੜਵੰਦ ਦੇ ਲਈ ਦੇਗ ਤੇ ਜ਼ਾਲਮ ਦੇ ਲਈ ਤੇਗ ਹਰ ਵੇਲੇ ਤਿਆਰ ਰਹੇ। ਇੱਥੋਂ ਸਾਨੂੰ ਦੋਵੇਂ ਗੁਣ ਦੇਖੋ ਮਿਲਣਗੇ। ਜੇ ਲੋੜਵੰਦ ਕੋਈ ਆਇਆ ਹੈ ਤੇ ਸਿੱਖ ਉਹਨੂੰ ਆਪਣਾ ਮਹਿਮਾਨ ਸਮਝ ਕੇ, ਜ਼ਰੂਰਤਮੰਦ ਸਮਝ ਕੇ ਜੋ ਕੁਝ ਸਿੱਖ ਦੇ ਕੋਲੋਂ ਬਣ ਸਕਦਾ ਹੈ, ਜੋ ਕੁਝ ਸਿੱਖ ਦੇ ਵਿੱਤ ਵਿੱਚ ਹੈ, ਉਹਦੀ ਯਥਾ ਸ਼ਕਤ ਸੇਵਾ ਕਰੇ। ਤੇ ਜੇ ਕੋਈ ਜ਼ਾਲਮ ਆ ਗਿਆ, ਜੇ ਕੋਈ ਧੱਕਾ ਕਰਨ ਵਾਲਾ ਆ ਗਿਆ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵੀ ਕਿਹਾ ਸੀ ਕਿ ਉਹਦੇ ਲਈ ਫਿਰ ਤੇਗ ਵੀ ਹੋਣੀ ਘਰ ਦੇ ਵਿੱਚ ਬੜੀ ਜ਼ਰੂਰੀ ਹੈ। ਉਹ ਸਾਡਾ ਬੋਲਾ ਫਿਰ ਦੇਖੋ ਅਰਦਾਸ ਤੇ ਪੜ੍ਹਦੀਆਂ ਦੇਗ ਤੇ ਫਤਿਹ, ਇਹ ਦੋਨੋਂ ਫਤਿਹ, ਦੋਨਾਂ ਦੀ ਚੜ੍ਹਦੀ ਕਲਾ ਐਸੇ ਕਰਕੇ ਮੰਗੀ ਗਈ ਕਿ ਸਿੱਖ ਦੇ ਕੋਲ ਨਰਮ ਦਿਲੀ ਵੀ ਤੇ ਸਿੱਖ ਦੇ ਕੋਲ ਜੁਝਾਰੂਪਨ ਵੀ ਹੋਣਾ ਬੜਾ ਜ਼ਰੂਰੀ ਹੈ। ਨਰਮ ਦਿਲੀ ਨਾਲ ਇਹ ਸੇਵਾ ਕਰੇਗਾ ਤੇ ਜੁਝਾਰੂਪਨ ਦੇ ਨਾਲ, ਉਸ ਜੁਝਾਰੂ ਬਿਰਤੀ ਦੇ ਨਾਲ ਸਿੱਖ ਇਹ ਕਿਸੇ ਦੇ ਉੱਤੇ ਜ਼ੁਲਮ ਨਹੀਂ ਹੋਣ ਦੇਵੇਗਾ, ਆਪਣੇ ਸਵੈਮਾਨ ਦੀ ਵੀ ਰੱਖਿਆ ਕਰੇਗਾ। ਇਸੇ ਪ੍ਰਕਾਰ ਸਾਨੂੰ ਇਹ ਗੁਣ ਮਿਲਦਾ ਹੈ ਇਤਿਹਾਸ ਵਿੱਚ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਤੀਰ ਚਲਾ ਰਹੇ ਹਨ, ਵਾਰੀਅਰ ਵਾਲਾ ਗੁਣ, ਲੇਕਿਨ ਉਸੇ ਤੀਰ ਦੇ ਅੱਗੇ 1.25 ਤੋਲਾ ਸੋਨਾ ਲੱਗਿਆ ਹੋਇਆ ਹੈ। अब देखो इतिहास ਵਿੱਚ ਬਕਾਇਦਾ ਇਹ ਪਹਿਲੂ ਮਿਲੇਗਾ। ਭਾਈ ਕਨਈਆ ਜੀ ਜਿੱਥੇ ਪਾਣੀ ਪਿਲਾ ਰਹੇ ਹਨ, ਉਹਨਾਂ ਨੂੰ ਮਲਮ ਪੱਟੀ ਵੀ ਸਤਿਗੁਰੂ ਜੀ ਨੇ ਦਿੱਤੀ।
ਮਤਲਬ ਦੋਵੇਂ ਬਿਰਤੀਆਂ, ਕਿਉਂਕਿ ਗੁਰੂ ਸਾਹਿਬ ਜੀ ਦੀ ਔਰ ਗੁਰੂ ਦੇ ਸਿੱਖਾਂ ਦੀ ਕਿਸੇ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ। ਗੁਰੂ ਕੇ ਸਿੱਖ ਨੂੰ ਹਮੇਸ਼ਾ ਜ਼ੁਲਮ ਦਾ ਸਿਰ ਭੰਨਣ ਦੇ ਵਾਸਤੇ ਸਤਿਗੁਰੂ ਜੀ ਨੇ ਤਤਪਰ ਰਹਿਣ ਨੂੰ ਕਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭੈ ਕਾ ਹੁਕੋ ਦੇਤ ਨੇ ਨਹਿ ਪੈਮਾਨਤ ਆਨ। ਆਪ ਕੇ ਨਾ ਜ਼ੁਲਮ ਕਰੇਗਾ ਸਿੱਖ ਤੇ ਨਾ ਜ਼ੁਲਮ ਹੁੰਦਾ ਹੋਇਆ ਵੇਖੇਗਾ। ਜ਼ੁਲਮੀ ਨੂੰ ਵੀ ਮਾਰੇਗਾ ਔਰ ਜ਼ੁਲਮ ਕਰਨ ਵਾਲੇ ਨੂੰ ਵੀ ਸਿੱਖ ਨੇ ਠੱਲ ਪਾਉਣੀ ਹੈ। ਪਰ ਅੱਜ ਦੇ ਪ੍ਰਸੰਗ ਵਿੱਚ ਅਗਲਾ ਪਾਰਟ ਥੋੜਾ ਜਿਹਾ ਇੱਕ ਵਾਰ ਦੁਹਰਾਓ ਇਹ ਕੁਐਸਚਨ ਦਾ, ਕਿ ਅੱਜ ਦੇ ਕੰਟੈਕਸਟ ਵਿੱਚ ਕਿਤਨਾ ਕੁ ਸੱਚ ਹੈ, ਕਿਤਨਾ ਕੁ ਸੱਚ ਹੈ। ਤੇ ਅੱਜ ਅਗਰ ਅਸੀਂ ਵੇਖਾਂਗੇ ਸੱਚਮੁੱਚ ਜਿਵੇਂ ਬਾਕੀ ਕੌਮਾਂ ਪਛੜੀਆਂ ਹਨ ਥੋੜੀਆਂ ਜੀਆਂ, ਤੇ ਸਿੱਖ ਵੀ ਪਛੜੇ ਹਨ ਇਸ ਗੱਲ ਤੇ, ਮੈਨੂੰ ਕਹਿਣ 'ਚ ਕੋਈ ਸ਼ਰਮ ਨਹੀਂ। ਅਸੀਂ ਪਛੜ ਚੁੱਕੇ ਹਾਂ ਇਸ ਸਿਧਾਂਤ ਤੋਂ। ਸਾਡੇ ਘਰ ਵਿੱਚੋਂ ਦੇਗ ਵੀ ਚਲੀ ਗਈ ਤੇ ਤੇਗ ਵੀ ਚਲੀ ਗਈ। ਸੱਚ ਜੇ ਬਿਲਕੁਲ ਕੌੜੀ ਹਕੀਕਤ ਹੈ ਸਾਡੇ ਜੀਵਨ ਦੀ। ਸੱਚਾਈ ਹੈ ਜੀ। ਦੇਗ ਕਿਵੇਂ ਚਲੀ ਗਈ? ਅਸੀਂ ਉਹ ਦੇਗ ਨੂੰ ਕੇਵਲ ਗੁਰਦੁਆਰੇ ਤੱਕ ਮਹਿਦੂਦ ਕਰ ਦਿੱਤਾ, ਗੁਰਦੁਆਰੇ ਤੱਕ ਰੱਖ ਦਿੱਤਾ। ਬਈ ਜੋ ਕੋਈ ਲੋੜਵੰਦ ਹੈ ਜੀ ਘਰ ਆ ਗਿਆ। ਕੁਝ ਹੈਗੇ ਅੱਜ ਵੀ ਪ੍ਰੇਮੀ ਸਾਡੇ ਆਪਣੇ ਸਰਕਲ 'ਚ ਹੈਗੇ ਨੇ ਪ੍ਰੇਮੀ, ਜਿਹੜੇ ਠੀਕ ਹੈ ਲੋੜਵੰਦ ਨੂੰ ਘਰ ਬੁਲਾਉਂਦੇ ਹਨ, ਸਤਿਕਾਰ ਨਾਲ ਉਹਨਾਂ ਦੀ ਸੇਵਾ ਕਰਦੇ ਹਨ, ਪਰ ਉਹ ਕੇਵਲ ਕਹਿ ਲਵੋ ਕਿ ਬਈ ਜਿਵੇਂ ਕਹਿੰਦੇ ਨਾ ਹਜ਼ਾਰਾਂ ਵਿੱਚ ਕਰੋੜਾਂ ਵਿੱਚ ਕੋਈ ਵਿਰਲੇ ਹੋਣਗੇ। ਸਾਡੇ ਘਰਾਂ ਵਿੱਚੋਂ ਦੇਗ ਵੀ ਚਲੀ ਗਈ, ਤੇਗ ਵੀ ਚਲੀ ਗਈ। ਤੇ ਆਪਨੇ ਵਾਰੀਅਰ ਸ਼ਬਦ ਵਰਤਿਆ ਨਾ, ਸੱਚਮੁੱਚ ਵੇਖਣਾ ਵਾਰੀਅਰ ਨਹੀਂ ਹੈ ਸਿੱਖ, ਅੱਜ ਸਿੱਖ ਇੱਕ ਦੂਸਰੇ ਦਾ ਵੈਰੀ ਹੈ। ਵਾਰੀਅਰ ਨਹੀਂ ਰਿਹਾ ਹੁਣ, ਵਾਰੀਅਰ ਤੋਂ ਆਪ ਵੈਰੀ ਸਮਝ ਲਓ ਬਸ, ਠੀਕ ਹੈ ਨਾ। ਤੇ ਜਿੱਥੇ ਵੈਰ ਆ ਜਾਏਗਾ ਉੱਥੇ ਕਦੀ ਵੀ ਨਰਮਾਈ ਨਹੀਂ ਰਹਿਣੀ ਦਿਲ ਦੀ, ਉੱਥੇ ਦਿਲ ਮਿਲਦੇ ਨੇ, ਦਿਲ ਟੁੱਟਦੇ ਹਨ। ਤੇ ਅੱਜ ਦੇ ਸੰਦਰਭ ਵਿੱਚ ਅਗਰ ਅਸੀਂ ਇਸ ਗੱਲ ਨੂੰ ਕਰੀਏ ਤੇ ਅਸੀਂ ਬਹੁਤ ਪਛੜ ਚੁੱਕੇ ਹਾਂ। ਬਿਲਕੁਲ ਸਾਨੂੰ ਯਤਨ ਇਹ ਕਰਨਾ ਚਾਹੀਦਾ ਹੈ ਆਪਣੇ ਗੁਰੂਆਂ ਦਾ ਇਤਿਹਾਸ ਦੁਬਾਰਾ, ਅਸੀਂ ਜਿਵੇਂ ਸੈਸ਼ਨਸ ਹੋ ਰਹੇ ਹਨ, ਕਲਾਸਿਸ ਹੁੰਦੀਆਂ ਹਨ ਗੁਰਦੁਆਰਿਆਂ ਵਿੱਚ ਕਥਾ ਦੇ ਮੀਡੀਅਮ ਰਾਹੀਂ, ਤੇ ਸਾਡੇ ਕੋਲ ਕਿਤਨਾ ਮੀਡੀਅਮ ਹੈ, ਆਪਣੇ ਬੱਚਿਆਂ ਨੂੰ ਜੋੜੀਏ ਉਸ ਚੀਜ਼ ਨਾਲ। ਜਿਹੜੇ ਅੱਜ ਦੇ ਸਾਧਨ ਹਨ ਨਾ ਵਧੀਆ ਤੋਂ ਵਧੀਆ, ਗੁਰੂ ਸਾਹਿਬ ਨੇ ਆਪਣੇ ਵੇਲੇ ਪ੍ਰਯੋਗ ਕੀਤੇ ਸਨ। ਸਭ ਤੋਂ ਵਧੀਆ ਘੋੜੇ ਸਤਿਗੁਰੂ ਕੋਲ ਸਨ, ਸਭ ਤੋਂ ਵਧੀਆ ਸ਼ਸਤਰ ਗੁਰੂ ਸਾਹਿਬ ਕੋਲ ਸਨ। ਤੇ ਸਾਡੀ ਇੱਕ ਸਮੱਸਿਆ ਹੈ ਕਿ ਰੂੜੀਵਾਦੀ ਸੋਚ ਨਾਲ ਨਾਲ ਜਿਹੜੀ ਚੱਲ ਰਹੀ ਹੈ। ਬਈ ਪਿੱਛੇ ਜੇ ਜਿਵੇਂ ਲੋਕਾਂ ਨੇ ਕਿਹਾ, ਮੇਰੇ ਕੋਲ ਇੱਕ ਸਵਾਲ ਆਇਆ ਇਸ ਦੇ ਨਾਲ ਤੇ ਜੁੜਦਾ ਨਹੀਂ, ਪਰ ਚਲੋ ਮੈਂ 1 ਮਿੰਟ ਲਈ ਕਲੀਅਰ ਕਰ ਦਿਆਂ। ਬਈ ਹੁਣ ਮੋਬਾਈਲ ਤੋਂ ਬਾਣੀ ਨਾ ਪੜੋ। ਦੇਖੋ ਇਹਦੀ ਆਪਣੀ ਆਪਣੀ ਸੋਚ ਹੋਏਗੀ ਲੋਕਾਂ ਦੀ, ਪਰ ਜੋ ਮੇਰੀ ਨਿੱਜੀ ਸੋਚ ਹੈ, ਮੇਰੇ ਮਨ 'ਚ ਆਇਆ ਫਿਰ ਅੱਜ ਕਾਰਾਂ ਦਾ ਇਸਤੇਮਾਲ ਵੀ ਬੰਦ ਕਰ ਦੋ। ਸਤਿਗੁਰੂ ਤੇ ਘੋੜਿਆਂ ਦੇ ਉੱਤੇ ਉਹਨਾਂ ਨੇ ਸਫ਼ਰ ਕੀਤਾ, ਵਧੀਆ ਸ਼ਸਤਰ ਨਾ ਵਰਤੋ, ਬਿਜਲੀ ਨਾ ਬਾਲੋ, ਦੀਵੇ ਬਾਲੋ ਆਪਣੇ ਘਰ। ਕਿਉਂ? ਗੁਰੂ ਸਾਹਿਬ ਨੇ ਤੇ, ਜੇ ਅਸੀਂ ਉੱਥੇ ਸਾਰੇ ਬਦਲਾਵ ਲਿਆ ਰਹੇ ਹਾਂ, ਐਡਵਾਂਸ ਚੀਜ਼ਾਂ ਲੈ ਕੇ ਆ ਰਹੇ ਹਾਂ, ਤੇ ਮੇਰੇ ਹਿਸਾਬ ਨਾਲ ਕੋਈ ਮਤਲਬ ਐਸੀ ਉਹਦੇ ਵਿੱਚ ਸਾਨੂੰ ਪਾਬੰਦੀ ਨਹੀਂ ਹੋਣੀ ਚਾਹੀਦੀ, ਬਲਕਿ ਸਾਨੂੰ ਇਸ ਗੱਲ ਦਾ ਸ਼ੁਕਰ ਕਰਨਾ ਚਾਹੀਦਾ ਵੀ ਬੱਚਾ ਕਿਸੇ ਤਰੀਕੇ ਨਾਲ ਬਾਣੀ ਨਾਲ ਜੁੜ ਜਾਵੇ। ਭਾਂਡਾ ਨਹੀਂ ਵੇਖਣਾ ਸੀ, ਇਹ ਵੇਖਣਾ ਹੈ ਕਿ ਉਹਨੂੰ ਅਸੀਂ ਕੀ ਭੋਜਨ ਦੇ ਰਹੇ ਹਾਂ। ਅਸੀਂ ਮੀਡੀਅਮ ਦੇ ਪਿੱਛੇ ਲੜਦੇ ਰਹਿ ਜਾਂਦੇ ਹਾਂ। ਤੇ ਉਹ ਅੱਜ ਦੇ ਸੰਦਰਭ ਵਿੱਚ ਠੀਕ ਹੈ ਗੱਲ, ਸਾਨੂੰ ਕਹਿੰਦੇ ਹੋਏ ਠੀਕ ਹੈ ਗੱਲ, ਦੁਖੀ ਹੋਵੇਗਾ ਕਿ ਅਸੀਂ ਪਛੜ ਚੁੱਕੇ ਹਾਂ। ਵਾਰੀਅਰ ਤੋਂ ਅਸੀਂ ਇੱਕ ਦੂਜੇ ਦੇ ਵੈਰੀ ਬਣ ਗਏ, ਤੇ ਨਰਮੀ ਸਾਡੇ ਦਿਲ ਵਿੱਚੋਂ ਸੱਚਮੁੱਚ ਨਿਕਲ ਚੁੱਕੀ ਹੈ। ਉਹਨੂੰ ਵਾਪਸ ਲਿਆਉਣਾ ਹੀ ਸਾਡਾ ਸੱਚਮੁੱਚ ਫਰਜ਼ ਹੋ। ਇੱਥੇ ਮੈਂ ਹੋਰ ਬੇਨਤੀ ਜੋੜਨਾ ਚਾਹਨਾ, ਜੋ ਯੰਗ ਬੱਚੇ, ਯੰਗ ਵੀਰ ਪ੍ਰੋਗਰਾਮ ਦੇਖ ਰਹੇ ਨੇ, ਇਸ ਨੂੰ ਲਾਈਵ ਜਾਂ ਬਾਅਦ ਵਿੱਚ ਰਿਕਾਰਡਿੰਗ ਦੇਖਣਗੇ, ਵੀਰੋ ਥੋੜਾ ਜਿਹਾ ਐਫਰਟ ਕਰੋ, ਆਪਣੇ ਆਪ ਨੂੰ ਫਿਜ਼ੀਕਲੀ ਫਿਟ ਕਰੋ। ਸਭ ਤੋਂ ਪਹਿਲੀ ਗੱਲ, ਜਿੱਥੇ ਤੁਸੀਂ ਨਾਮ ਬਾਣੀ ਨਾਲ ਜੁੜੋ, ਉਹ ਤੇ ਅਟਮੋਸਟ ਇੰਪੋਰਟੈਂਟ ਥਿੰਗ ਹੈ, ਪਹਿਲੀ ਚੀਜ਼ ਹੈ। ਪਰ ਜਿੱਥੇ ਤੁਸੀਂ ਗੁਰਬਾਣੀ ਨਾਲ ਜੁੜੇ ਹੋ, ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ, ਨਾਲ ਨਾਲ ਥੋੜਾ ਜਿਹਾ ਆਪਣਾ ਧਿਆਨ ਫਿਜ਼ੀਕਲ ਹੈਲਥ, ਫਿਜ਼ੀਕਲ ਤਾਕਤ ਵੱਲ, ਦੂਜਾ ਗੱਤਕੇ ਵੱਲ ਜ਼ਰੂਰ ਲੈ ਕੇ ਆਓ। ਕਿਉਂਕਿ ਸਾਡਾ ਸੱਚੇ ਪਾਤਸ਼ਾਹ ਜੀ ਮੱਲ ਅਖਾੜੇ ਲਗਾਉਂਦੇ ਸਨ, ਬਹੁਤ ਖੁਸ਼ ਹੁੰਦੇ ਸਨ। ਮੱਲ ਅਖਾੜਿਆਂ ਦੇ ਵਿੱਚ ਬਹੁਤ ਕੁਝ ਸਿਖਾਇਆ ਜਾਂਦਾ ਸੀ, ਕੰਪੀਟੀਸ਼ਨ ਹੁੰਦੇ ਸੀ, ਗੁਰੂ ਸਾਹਿਬ ਖੁਸ਼ ਹੋ ਕੇ ਇਨਾਮ ਦਿੰਦੇ ਸੀ। ਉਹ ਸਾਡਾ ਇਤਿਹਾਸ ਹੈ, ਸਾਡਾ ਗੌਰਵਮਈ ਹਿੱਸਾ ਹੈ। ਔਰ ਸੰਤ ਸਿਪਾਹੀ ਹੋਣ ਦੇ ਵਿੱਚ ਸਾਡੇ ਜਿੱਥੇ ਸੰਤਾਂ ਵਾਲੇ ਕੰਮ ਕਰਨ ਦੀ ਲੋੜ ਹੈ, ਦਇਆ ਦੀ ਲੋੜ ਹੈ, ਉੱਥੇ ਸਿਪਾਹੀਆਂ ਵਰਗਾ ਜੀਵਨ ਵੀ ਜੀਣ ਦੀ ਲੋੜ ਹੈ। ਸਾਨੂੰ ਟਫ ਸਿਚੁਏਸ਼ਨਸ ਦੇ ਵਿੱਚ ਆਪਣੇ ਆਪ ਨੂੰ ਮੈਨੇਜ ਕਰਨਾ ਆਵੇ। ਅਸੀਂ ਸ਼ਸਤਰਾਂ ਨੂੰ ਕਦੀ ਟਰਾਈ ਨਹੀਂ ਕਰਦੇ, ਜਦਕਿ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਕਿ ਅਸੀਂ ਸ਼ਸਤਰਹੀਨ ਕਦੀ ਨਹੀਂ ਹੋਣਾ। ਤੇ ਬੜੀ ਸੋਹਣੀ ਗੱਲ ਹੈ, ਕਿਰਪਾਨ ਅਸੀਂ ਪਾਈ ਹੈ, ਲੇਕਿਨ ਮਾਫ ਕਰਨਾ, ਕਿਰਪਾਨ ਚਲਾਣੀ ਨਹੀਂ ਆਉਂਦੀ। ਤੇ ਹੋਏ ਇਹ ਨਾ ਕਿ ਕਿਰਪਾਨ ਜਦ ਚਲਾਉਣ ਲੱਗੀਏ ਤੇ ਸਾਡੇ ਜਿਹਦੇ ਨਾਲ ਸਾਡਾ ਟਾਕਰਾ ਹੋਵੇ, ਉਹੀ ਕਿਰਪਾਨ ਖਿੱਚ ਕੇ ਤੇ ਸਾਨੂੰ ਹੀ ਵਾਰ ਕਰੇ, ਕਿਉਂਕਿ ਸਾਨੂੰ ਤੇ ਚਲਾਉਣੀ ਨਹੀਂ ਆਉਂਦੀ। ਵਿਖਾਵੇ ਤੱਕ ਸੀਮਿਤ ਹੈ ਕਿ ਅਸੀਂ ਕਿਰਪਾਨ ਪਾਈਏ। ਮੇਰੀ ਬੇਨਤੀ ਹੈ,
ਮੌਕਾ ਲੈ ਕੇ ਮੈਂ ਵਿੱਚ 2 ਮਿੰਟ ਲੈ ਲੈਣੇ ਵੀਰ ਜੀ, ਗੱਲ ਮੈਂ ਬੇਨਤੀ ਕਰਨ ਦੇ ਲਈ ਸੰਗਤ ਨੂੰ। ਜੀ ਸੈਕਿੰਡ ਵੀਰ ਜੀ, ਇੱਕ ਸਵਾਲ ਹੋਰ ਮੈਂ ਇੱਥੇ ਪੁੱਛਣਾ, ਔਰ ਇਹ ਮੈਨੂੰ ਲੱਗਦਾ ਹੈ ਬਹੁਤ ਇੰਪੋਰਟੈਂਟ ਸਵਾਲ ਹੈ। ਇੱਕ ਕੁਐਸਚਨ ਆਇਆ, what should our gurdwaras do to inspire youth to join hands with the gurdwara to do more community work? ਅਸੀਂ ਗੁਰਦੁਆਰੇ ਨੂੰ ਐਸੇ ਕਿਹੜੇ ਕੰਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਹੋਰ ਜਿਹੜੇ ਯੰਗ ਬੱਚੇ ਨੇ ਉਹ ਇਨਸਪਾਇਰ ਹੋ ਕੇ ਗੁਰਦੁਆਰੇ ਦੇ ਨਾਲ ਜੁੜ ਕੇ ਸਿੱਖੀ ਵਾਲੇ ਕੰਮ ਕਰ ਸਕਣ? ਕਿਉਂਕਿ ਅੱਜ ਦੀ ਤਰੀਕੇ 'ਚ ਮੈਨੂੰ ਲੱਗਦਾ ਹੈ ਸਵਾਲ ਇਸ ਕਰਕੇ ਆਇਆ ਹੋਏਗਾ, ਦੇਖਿਆ ਇਹ ਜਾ ਰਿਹਾ ਕਿ ਸੰਸਥਾਵਾਂ ਨਾਲ ਬੱਚੇ ਜੁੜ ਰਹੇ ਨੇ ਤੇ ਮੱਲੇ ਦੇ ਗੁਰਦੁਆਰਿਆਂ ਨਾਲ ਜੋ ਸਾਡਾ ਧੁਰਾ ਹੈ ਉੱਥੋਂ ਬੱਚੇ ਜ਼ਿਆਦਾ ਜੁੜ ਨਹੀਂ ਰਹੇ, ਤੇ ਅਸੀਂ ਇਸ ਦੇ ਲਈ ਕੀ ਕਰ ਸਕਦੇ ਹਾਂ? ਇਹ ਸਵਾਲ ਅੱਜ ਆਇਆ ਔਰ ਬਹੁਤ ਅੱਛਾ ਔਰ ਇੰਪੋਰਟੈਂਟ ਸਵਾਲ ਮੈਨੂੰ ਲੱਗਦਾ ਹੈ। ਇਹਦੇ ਲਈ ਵੀਰ ਜੀ, ਜੋ ਜਿਵੇਂ ਮੈਂ ਜਿੱਥੋਂ ਤੱਕ ਸਮਝਦਾ ਹਾਂ ਕਿ ਸਾਡਾ ਤਾਲਮੇਲ ਐਸਾ ਹੋਣਾ ਚਾਹੀਦਾ ਹੈ ਕਿ ਇੱਕ ਤੇ ਸਾਡੇ ਕੋਲ ਸਭ ਤੋਂ ਪਹਿਲੇ ਡਾਟਾ ਹੋਣਾ ਬੜਾ ਜ਼ਰੂਰੀ ਹੈ, ਬਹੁਤ ਇੰਪੋਰਟੈਂਟ। ਘੱਟੋ ਘੱਟ ਆਪਣੇ ਮੱਲੇ ਦਾ, ਮੱਲੇ ਤੋਂ ਬਾਅਦ ਸ਼ਹਿਰ ਦਾ, ਸ਼ਹਿਰ ਤੋਂ ਬਾਅਦ ਆਪਣੇ ਪੰਥ ਦਾ, ਕਿ ਸਾਡੀ ਕੌਮ ਵਿੱਚ ਜਿਹੜਾ ਡਾਟਾ ਸਾਡੇ ਕੋਲ ਹੈ ਨਾ, ਉਹ ਮੈਨੂੰ ਨਹੀਂ ਲੱਗਦਾ ਬਿਲਕੁਲ ਆਥੈਂਟਿਕ ਹੋਵੇ। ਮਤਲਬ ਬੜੀ ਵੱਡੀ ਐਕਸਰਸਾਈਜ਼ ਦੀ ਸਾਨੂੰ ਲੋੜ ਹੈ, ਇੱਕ ਬੜੀ ਵੱਡੀ ਐਕਸਰਸਾਈਜ਼ ਦੀ ਲੋੜ ਹੈ, ਲੇਕਿਨ ਉਹੀ ਗੱਲ, ਬਿੱਲੀ ਦੇ ਗਲੇ ਵਿੱਚ ਘੰਟੀ ਬੰਨੇ ਕੌਣ, ਕਿ ਬਈ ਇਹ ਕਰੇ ਕੌਣ ਐਕਸਰਸਾਈਜ਼? ਇਹ ਗੱਲ ਅੱਜ ਤੋਂ ਮੇਰੇ ਖਿਆਲ 10-12 ਸਾਲ ਪਹਿਲੇ ਅਕੈਡਮੀ ਦੀ ਮੀਟਿੰਗ ਵਿੱਚ ਮੈਂ ਬੱਚਿਆਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਆਪਣੇ ਮਹੱਲੇ ਦੇ ਡੇਟੇ ਇਕੱਠੇ ਕਰੋ। ਮਾਫ ਕਰਨਾ, ਮੈਂ ਤੇ ਜੁੜਾ 84 ਵਿੱਚ ਇਤਨਾ ਕੁਝ ਹੋਇਆ, ਅੱਜ ਕੋਈ ਕੰਪੈਰੀਜ਼ਨ ਡੇਟਾ ਸਾਡੇ ਕੋਲ ਨਹੀਂ ਹੈ ਕਿ ਸਾਡੇ ਕਿਤਨੇ ਵੀਰ ਭੈਣ ਜਿਹੜੇ ਨੇ ਉਹ ਗਏ ਆਏ ਨਹੀਂ ਹੈ। ਅਸੀਂ ਜਿਨ੍ਹਾਂ ਆંકੜਿਆਂ ਨੂੰ ਐਗਜ਼ਾਮਪਲ ਦੇ ਕੇ ਬੋਲਦੇ ਹਾਂ, ਮੈਨੂੰ ਨਹੀਂ ਲੱਗਦਾ ਉਹ ਕਿਤਨੇ ਆਥੈਂਟਿਕ ਨੇ। ਤੇ ਅਸੀਂ ਉਸ ਤੋਂ ਬਾਅਦ ਵੀ ਸਬਕ ਨਹੀਂ ਸਿੱਖਿਆ ਹੈ। ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਹੈ, ਅਟ ਮੋਸਟ ਇੰਪੋਰਟੈਂਟ ਹੈ ਕਿ ਹਰ ਗੁਰਦੁਆਰੇ ਕੋਲ ਘੱਟੋ ਘੱਟ ਆਪਣੇ ਏਰੀਆ ਦਾ ਡੇਟਾ ਸਿਕਿਉਰਡ ਤਰੀਕੇ ਦੇ ਨਾਲ ਹੋਣਾ ਚਾਹੀਦਾ, ਔਰ ਇਹ ਨਹੀਂ ਕਿ ਸਿਰਫ ਉਹ ਡੇਟਾ ਹੋਏ, ਉਹਨੂੰ ਅਪਡੇਟ ਵੀ ਟਾਈਮ ਟੂ ਟਾਈਮ ਕਰਨਾ ਪਏਗਾ। ਬਿਲਕੁਲ, ਕਨੈਕਟੀਵਿਟੀ ਉਹਨਾਂ ਨਾਲ ਮਤਲਬ ਬਣਨੀ ਬੜੀ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਸੌਰੀ ਵੀਰ ਜੀ, ਮੈਂ ਵਿੱਚ ਆ ਗਿਆ। ਨਹੀਂ ਵੀਰ ਜੀ, ਜ਼ਰੂਰ। ਹੁੰਦਾ ਕੀ ਹੈ ਵੀਰ ਜੀ ਕਿ ਸਭ ਤੋਂ ਪਹਿਲੇ ਤੇ ਲੈਕ ਆਫ ਡਾਟਾ ਜਿਹੜਾ ਸਾਡੇ ਕੋਲ ਹੈ, ਸਾਨੂੰ ਪਤਾ ਹੀ ਨਹੀਂ ਚੱਲ ਪਾਉਂਦਾ ਕਿ ਸਾਡੇ ਪੰਥ ਵਿੱਚ, ਮੈਂ ਕਈ ਵਾਰ ਵੇਖਦਾ ਵਾਂ, ਜਿਵੇਂ ਕਿਸੇ ਸ਼ਹਿਰ ਵਿੱਚ ਕਥਾ ਕਰਨ ਵਾਸਤੇ ਜਾਈਏ, ਵੱਡੇ ਗੁਰਪੁਰਬਾਂ ਤੇ ਅਕਸਰ ਸਮਾਗਮਾਂ ਤੇ ਜਾਂਦੇ ਹਾਂ, ਤੇ ਉਹ ਬਸ ਸਮਾਗਮ ਤੇ ਵੱਡੀ ਸਟੇਜ ਲੱਗੀ ਹੁੰਦੀ ਹੈ, ਤਾਂ ਗੁਰਦੁਆਰੇ ਵਾਲੇ ਕਿਸੇ ਨੂੰ ਬੁਲਾਉਂਦੇ ਨੇ ਬਈ ਇਸ ਬੱਚੇ ਨੇ ਇਹ ਕੰਮ ਕੀਤਾ, ਤਾਂ ਉੱਥੇ ਗੱਲ ਪਤਾ ਲੱਗਦੀ ਹੈ ਬਈ ਉਹ ਇਤਨਾ ਵਧੀਆ ਕੰਮ ਇਸ ਬੱਚੇ ਨੇ ਕੀਤਾ। ਜਿਵੇਂ ਮੈਂ ਇੱਕ ਉਦਾਹਰਣ ਲਵਾਂ ਕਿ ਇੱਕ ਭੈਣ ਭਰਾ ਆਏ ਇੱਥੇ, ਉਹਨਾਂ ਦਾ ਫੋਨ ਆਇਆ ਉਹਨਾਂ ਦੇ ਦਾਦਾ ਜੀ ਦਾ ਮੇਰੇ ਕੋਲ, ਕਿ ਬਈ ਇਹ ਕਲਾਸੀਕਲ ਸੰਗੀਤ ਵਿੱਚ ਬੜੇ ਮਾਹਿਰ ਹਨ, ਤੇ ਮੇਰੇ ਮਨ ਦੇ ਵਿੱਚ ਉਸ ਵੇਲੇ ਮੈਂ ਬਿਲਕੁਲ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਵਾਂਗਾ, ਮੇਰੇ ਮਨ ਵਿੱਚ ਇਹ ਖਿਆਲ ਹੈ ਵੀ ਅਜੇ ਤੇ ਕਈ ਕਹਿ ਦਿੰਦੇ ਨੇ ਬਈ ਅਸੀਂ ਚਲੋ ਜੀ ਕੀਰਤਨ ਜਾਣਦੇ ਹਾਂ, ਅਸੀਂ ਕਲਾਸੀਕਲ ਵਿੱਚ ਮਾਹਿਰ ਹਾਂ, ਤੇ ਉਹਨਾਂ ਨੇ ਸਮਾਂ ਮੰਗਿਆ, ਫਿਰ ਵੀ ਮੈਂ ਗੱਲ ਕਰਕੇ ਉਹਨਾਂ ਨੂੰ ਸਮਾਂ ਦੇ ਦਿੱਤਾ। ਪਰ ਗੁਰੂ ਸਾਹਿਬ ਜਾਣਦੇ ਨੇ, ਜਿਸ ਵੇਲੇ ਉਹ ਦੋਵੇਂ ਭੈਣ ਭਰਾ ਆਏ ਔਰ ਉਹਨਾਂ ਨੇ ਸਟੇਜ ਦੇ ਉੱਤੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਸ਼ੁਰੂ ਕੀਤਾ, ਮੇਰੇ ਰੋਂਗਟੇ ਖੜੇ ਹੋ ਗਏ ਔਰ ਮੇਰੇ ਮਨ ਵਿੱਚ ਸੱਚਮੁੱਚ ਇਤਨਾ ਬੈਰਾਗ ਆ ਗਿਆ, ਔਰ ਮੈਂ ਗੁਰੂ ਸਾਹਿਬ ਤੋਂ ਤਾਬਿਆਂ ਤੇ ਬੈਠ ਕੇ ਮਾਫੀ ਮੰਗੀ। ਮੈਂ ਕਿਹਾ ਪਾਤਸ਼ਾਹ, ਮੈਂ ਇਹਨਾਂ ਨੂੰ ਕਿਵੇਂ ਅੰਡਰ ਐਸਟੀਮੇਟ ਕਰ ਰਿਹਾ ਸੀ, ਬਈ ਇਹ ਅਜੇ ਤੇ ਦੇਖੋ ਜੀ ਫੋਨ ਆਏ ਰਹਿੰਦੇ ਹਨ, ਆਪਣੇ ਬੱਚਿਆਂ ਦੀ ਤਾਰੀਫ ਤੇ ਹਰ ਕੋਈ ਕਰਦਾ ਹੈ, ਤੇ ਮੇਰਾ ਵੀ ਦੁਖਾਂਤ ਇਹ ਰਿਹਾ ਉਸ ਵੇਲੇ। ਉਹ ਮੈਂ ਤਾਬਿਆਂ ਤੇ ਬੈਠਿਆ, ਇੱਕਦਮ ਅਰਦਾਸ ਕੀਤੀ, ਉਹ ਬੱਚੇ ਨਿਕਲ ਗਏ, ਤੇ ਉਹਨਾਂ ਨਾਲ ਮੇਰਾ ਕਨੈਕਸ਼ਨ ਨਹੀਂ ਹੋ ਪਾਇਆ। ਅੱਜ ਤੱਕ ਮੈਨੂੰ ਉਸ ਗੱਲ ਦਾ ਪਛਤਾਵਾ ਹੈ ਕਿ ਉਹਨਾਂ ਨਾਲ ਮੇਰਾ ਕੰਟੈਕਟ ਨਹੀਂ ਹੋ ਪਾਇਆ। ਤੇ ਐਸੇ ਕਈ ਵਾਰ ਮਤਲਬ ਸਾਡੇ ਜੀਵਨ ਵਿੱਚ ਆਉਂਦੇ ਹਨ। ਇਹ ਸਭ ਕੁਝ ਜੇ ਉਹਨਾਂ ਬੱਚਿਆਂ ਦਾ ਸਾਨੂੰ ਪਤਾ ਹੋਵੇ, ਸਾਡੇ ਪੰਥ ਵਿੱਚ ਮਤਲਬ ਵੱਡੇ ਵੱਡੇ ਰਾਗੀ ਸਿੰਘ ਕੀ ਕੀਰਤਨ ਕਰਨਗੇ ਜੋ ਉਹਨਾਂ ਬੱਚਿਆਂ ਨੇ ਕੀਤਾ। ਇਹ ਮੈਂ ਸੱਚਮੁੱਚ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਹਾਂ ਕਿ ਜੋ ਰਾਗਾਂ ਵਿੱਚ ਉਹਨਾਂ ਨੇ ਕੀਰਤਨ ਕੀਤਾ, ਮਤਲਬ ਵਰਡਸ ਨਹੀਂ ਮੇਰੇ ਕੋਲ ਦੱਸਣ ਵਾਸਤੇ। ਤੇ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਦੇ ਵੇਲੇ ਅਗਰ ਅਸੀਂ ਵੇਖਾਂਗੇ ਨਾ, ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਜਿਤਨੇ ਵੀ ਸਰੀਰ ਆਇਆ ਕਰਦੇ ਸਨ, ਸਤਿਗੁਰੂ ਇਹ ਵੇਖਿਆ ਕਰਦੇ ਸਨ ਇਹਦੇ ਕੋਲ ਕਿਹੜਾ ਗੁਣ ਹੈਗਾ ਹੈ। ਹਰ ਬੰਦੇ ਦੇ ਗੁਣ ਨੂੰ ਸਤਿਗੁਰੂ ਜੀ ਵਰਤਿਆ ਕਰਦੇ ਸਨ, ਆਪਣੇ ਲਈ ਨਹੀਂ, ਲੋਕਾਂ ਦੀ ਭਲਾਈ ਦੇ ਲਈ। ਜਿਵੇਂ ਇੱਕ ਜ਼ਿਕਰ ਹੁੰਦਾ ਹੈ ਕਿ ਜਿਵੇਂ ਕਿਸੇ ਦੀ ਹੈਂਡਰਾਈਟਿੰਗ ਬੜੀ ਚੰਗੀ ਸੀ, ਤੇ ਸਤਿਗੁਰੂ ਇਹ ਕਿਹਾ ਕਰਦੇ ਸਨ ਬਈ ਤੂੰ ਹੁਣ ਬੱਚਿਆਂ ਨੂੰ ਜਾਂ ਬਾਕੀ ਸੰਗਤਾਂ ਨੂੰ ਆਪਣੀ ਇਸੇ ਸੇਵਾ ਦੇ ਨਾਲ ਇਹ ਆਪਣਾ ਦਸਵੰਧ ਕੱਢ ਲੈ, ਸਮੇਂ ਦਾ ਵੀ ਦਸਵੰਧ ਕੱਢ ਲੈ। ਕਿਸੇ ਨੂੰ ਵਿਦਿਆ ਆਉਂਦੀ ਸੀ, ਕਿਸੇ ਨੂੰ ਗੁਰਬਾਣੀ ਪੜ੍ਹਨੀ ਆਉਂਦੀ ਸੀ, ਕਿਸੇ ਨੂੰ ਸਾਜ਼ਾਂ ਦੀ ਵਿਦਿਆ ਆਉਂਦੀ ਸੀ, ਤੇ ਸਤਿਗੁਰੂ ਬਾਹਰੋਂ ਨਹੀਂ ਸਨ ਲਿਆਉਂਦੇ ਕਿ ਬਈ ਬਾਹਰੋਂ ਉਸਤਾਦ ਲੈ ਕੇ ਆਈਏ।
ਉਹੀ ਜਿਹੜੇ ਅੱਜ ਸਿੱਖਿਆਰਥੀ ਸਨ ਉਹ ਵੀ ਉਸਤਾਦ ਬਣ ਜਾਂਦੇ ਸਨ, ਕਿਉਂਕਿ ਨਾਲ ਗੁਰੂ ਦਾ ਪ੍ਰਸਾਦ ਤੇ ਚੱਲ ਹੀ ਰਿਹਾ ਹੈ ਨਾ ਇੱਥੇ। ਤੇ ਜੇ ਉਹਦੇ ਸਿਰ ਦੇ ਉੱਤੇ ਛੜੀ ਰੱਖ ਦਿੱਤੀ ਤੇ ਉਹ ਗੀਤਾ ਦੇ ਅਰਥ ਕਰਨ ਲੱਗ ਪਿਆ। ਐਸੇ ਗੁਰੂ ਦੇ ਅਸੀਂ ਸਿੱਖ ਹੈਗੇ ਆ, ਜਿਹੜਾ ਗੂੰਗੇ ਤੋਂ ਵੀ ਗੀਤਾ ਦੇ ਅਰਥ ਕਰਾ ਸਕਦਾ ਹੈ। ਤੇ ਯੂਥ ਨੂੰ ਜੋੜਨ ਵਾਸਤੇ ਸਭ ਤੋਂ ਵਧੀਆ ਤਰੀਕਾ ਹੈ, ਸਭ ਤੋਂ ਪਹਿਲੇ ਇੱਕ ਡੇਟਾ ਬਣਾਇਆ ਜਾਵੇ। ਬਲਕਿ ਮੈਂ ਤੇ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਅਸੀਂ ਸੈਸ਼ਨ ਵਿੱਚ ਕੇਵਲ ਗੱਲਾਂ ਹੀ ਨਾ ਕਰੀਏ, ਇਸ ਤੇ ਅਸੀਂ ਵੀ ਯਤਨ ਕਰੀਏ ਘੱਟੋ ਘੱਟ ਆਪਣੇ ਸ਼ਹਿਰ ਦਾ ਨਾ। ਮੈਂ ਬਿਲਕੁਲ ਆਪ ਜੀ ਦੇ ਨਾਲ ਹਾਂ, ਬਿਲਕੁਲ। ਤੇ ਜਿਵੇਂ ਵੀ ਹੋਰ ਵੀਰਾਂ ਨੂੰ ਲੈ ਕੇ ਜਿਤਨੀ ਛੇਤੀ ਹੋ ਸਕੇ ਤੇ ਅਸੀਂ ਇਸ ਕੰਮ ਨੂੰ ਜ਼ਰੂਰ ਕਰੀਏ, ਇੱਕ ਡਾਟਾ ਤੇ ਜ਼ਰੂਰ ਤਿਆਰ ਕਰੀਏ। ਫਿਰ ਇਹ ਵੇਖੀਏ ਕਿ ਉਹ ਬੱਚੇ ਕਿੱਥੇ ਪੜ ਰਹੇ ਹਨ, ਕੀ ਉਹਨਾਂ ਦਾ ਮਤਲਬ ਸਟੇਟਸ ਹੈ ਹਰ ਚੀਜ਼ ਦਾ, ਤੇ ਜੋ ਉਹਨਾਂ ਕੋਲ ਗੁਣ ਹਨ ਤੇ ਹਰ ਗੁਰਦੁਆਰੇ ਦੇ ਵਿੱਚ ਵਾਰੀਆਂ ਦੇ ਹਿਸਾਬ ਨਾਲ ਅਸੀਂ ਉਹਨਾਂ ਦੀਆਂ ਸੇਵਾਵਾਂ ਉੱਥੇ ਉਹਨਾਂ ਦੀਆਂ ਦਵਾਈਏ ਜ਼ਰੂਰ। ਇੱਥੇ ਇੱਕ ਗੱਲ ਮੈਂ ਯੂਥ ਨੂੰ ਜ਼ਰੂਰ ਕਵਾਂਗਾ, ਕਿਉਂਕਿ ਨਾ ਦੇਖੋ ਪ੍ਰੋਬਲਮ ਕਿੱਥੇ ਆਉਂਦੀ ਹੈ, ਅਸੀਂ ਨਾ ਸੇਵਾ ਹੀ ਕਰਨੀ ਹੈ ਕੇਵਲ। ਬਹੁਤੀ ਵਾਰ ਕੀ ਹੁੰਦਾ ਹੈ ਕਿ ਜਦੋਂ ਉਹ ਸੋਚਦੇ ਨੇ ਨਾ ਕਿਸੇ ਪਦਵੀ ਤੇ ਬੈਠ ਜਾਈਏ, ਉਹ ਜਿਹੜਾ ਉਹ ਦੂਸਰਾ ਪੱਖ ਹੈ ਉਹ ਇਸ ਸੇਵਾ ਵਿੱਚ ਨਾ ਆਵੇ। ਬਸ ਮੈਨੂੰ ਯਾਦ ਹੈ ਇੱਕ ਵਾਰ ਆਪ ਜੀ ਦੇ ਨਾਲ ਹੀ ਗੱਲ ਹੋਈ ਸੀ, ਮੈਂ ਹਰ ਜਗ੍ਹਾ ਕੋਟ ਕਰਦਾ ਹਾਂ, ਧਰਮਪੁਰ ਗੁਰਦੁਆਰੇ ਦੀ ਸ਼ਾਇਦ ਗੱਲ ਹੈ, ਤੇ ਆਪਨੇ ਬੜੀ ਸੋਹਣੀ ਗੱਲ ਕਹੀ ਸੀ ਬਈ ਸਾਨੂੰ ਇੱਕ ਬੈਨਰ ਲੋੜ ਹੈ ਬਸ ਖਾਲਸਾ। ਤੇ ਉਦੋਂ ਉਸ ਤੋਂ ਬਾਅਦ ਮੈਂ ਸੱਚਮੁੱਚ ਇਹ ਗੱਲ ਹਰ ਜਗ੍ਹਾ ਕੋਟ ਕੀਤੀ। ਮੈਂ ਕਿਹਾ ਬਈ ਮੈਂ ਸੁਖਚੈਨ ਸਿੰਘ ਵੀਰ ਜੀ ਤੋਂ ਇਹ ਗੱਲ ਸਿੱਖੀ ਹੈ ਜੀਵਨ ਵਿੱਚ ਕਿ ਸਾਨੂੰ ਹੋਰ ਕਿਸੇ ਬੈਨਰ ਦੀ ਲੋੜ ਹੀ ਨਹੀਂ। ਸਾਡਾ ਬੈਨਰ ਸੱਚਮੁੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਦੇ ਦਿੱਤਾ, ਉਹ ਖਾਲਸੇ ਦਾ ਬੈਨਰ ਹੈ। ਤੇ ਉਸੇ ਇੱਕ ਬੈਨਰ ਦੇ ਥੱਲੇ ਅਸੀਂ ਅਗਰ ਸੇਵਾ ਕਰਾਂਗੇ ਨਾ ਜਗਤ ਦੀ ਔਰ ਆਪਣੇ ਸਮਾਜ ਦੀ ਕਿਸੇ ਦੀ ਵੀ ਸੇਵਾ ਕਰੀਏ, ਤੇ ਮੈਨੂੰ ਲੱਗਦਾ ਹੈ ਕਿ ਯੂਥ ਵੀ ਸਾਰੇ ਹੀ ਸੁਖੈਨ ਤਰੀਕੇ ਨਾਲ ਜੁੜ ਜਾਣਗੇ। ਦੂਜੀ ਗੱਲ, ਜਿਹੜਾ ਪ੍ਰਬੰਧ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਵੀ ਉਹਨਾਂ ਨੂੰ ਵੀ ਵੱਡਾ ਦਿਲ ਕਰਨਾ ਪਵੇਗਾ। ਉਹਨਾਂ ਨੂੰ ਯੂਥ ਨੂੰ ਗੁਰਦੁਆਰਿਆਂ ਵਿੱਚ ਜਗ੍ਹਾ ਦੇਣੀ ਪਵੇਗੀ, ਭਾਵ ਸੇਵਾ ਉਹਨਾਂ ਤੋਂ ਲੈਣੀ ਪਵੇਗੀ। ਮਤਲਬ ਜੋਸ਼ ਤੇ ਹੋਸ਼ ਜੇ ਦੋਨਾਂ ਦਾ ਤਾਲਮੇਲ ਸਹੀ ਹੋ ਗਿਆ ਨਾ, ਫਿਰ ਸੱਚਮੁੱਚ ਜਿਵੇਂ ਚੜ੍ਹਦੀ ਕਲਾ ਸੀ ਨਾ ਕਿਸੇ ਵੇਲੇ ਸਿੱਖ ਪੰਥ ਦੀ, ਉਹ ਆ ਸਕਦੀ ਹੈ। ਲੇਕਿਨ ਉਹੀ ਗੱਲ ਇੱਥੇ ਕਈ ਚੀਜ਼ਾਂ ਵਿੱਚ ਆ ਜਾਂਦੀਆਂ ਜਿਸ ਕਰਕੇ ਬਸ ਵਿਚਾਰ ਦੇ ਤਲ ਤੱਕ ਹੀ ਬਸ ਗੱਲ ਰਹਿ ਜਾਂਦੀ ਹੈ। ਪ੍ਰੈਕਟੀਕਲੀ ਯਤਨ ਕਰੀਏ ਅਰਦਾਸ ਕਰਕੇ ਗੁਰੂ ਅੱਗੇ ਕਿ गुरु पॉसिबल दया हो करे, सके। गुरु दया करे। वीर जी आखिरी सवाल है क्योंकि टाइम हो गया है, फिर भी ले लेने ਮੈਨੂੰ ਇੰਪੋਰਟੈਂਟ ਲੱਗਦਾ ਹੈ ਸਵਾਲ ਔਰ ਰਿਲੇਟਡ ਹੈ ਜੋ ਅਸੀਂ ਡਿਸਕਸ਼ਨ ਕੀਤੇ ਨੇ। ਉਹ ਕਹਿੰਦੇ ਹਾਊ ਇੰਪੋਰਟੈਂਟ ਇਜ਼ ਟੂ ਲਰਨ ਗੁਰਮੁਖੀ ਲੈਂਗੁਏਜ ਐਂਡ ਰੀਡ ਗੁਰਬਾਣੀ ਫॉर ਅ ਸਿੱਖ। ਇੱਕ ਸਿੱਖ ਦੇ ਲਈ ਪੰਜਾਬੀ ਜਾਂ ਗੁਰਮੁਖੀ ਸਿੱਖਣੀ ਕਿਤਨੀ ਜ਼ਰੂਰੀ ਹੈ ਤੇ ਗੁਰਬਾਣੀ ਪੜ੍ਹਨੀ ਕਿਤਨੀ ਜ਼ਰੂਰੀ ਹੈ? ਇਹਦਾ ਵੀ ਜਵਾਬ ਉਹੀ ਹੈ ਜਿਵੇਂ ਭੋਜਨ ਜ਼ਰੂਰੀ ਹੈ ਸਰੀਰ ਲਈ, ਪਾਣੀ ਜ਼ਰੂਰੀ ਹੈ, ਸਿੱਖ ਲਈ ਗੁਰਮੁਖੀ ਇਤਨੀ ਜ਼ਰੂਰੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਲਿਪੀ ਵਿੱਚ ਹੀ ਲਿਖੇ ਹੋਏ ਹਨ, ਤੇ ਬਗੈਰ ਅਸੀਂ ਗੁਰਮੁਖੀ ਸਿੱਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਨਹੀਂ ਕਰ ਪਾਵਾਂਗੇ। ਠੀਕ ਹੈ, ਚਲੋ ਅੱਜ ਸਾਨੂੰ ਰੋਮਨ ਲਿਪੀ ਦੇ ਵਿੱਚ, ਕਿਉਂਕਿ ਮੈਂ ਖੁਦ ਸ਼ੁਰੂ ਕੀਤਾ ਨਾ ਜਿਸ ਵੇਲੇ ਪਾਠ, ਮੈਂ ਪ੍ਰਚਾਰਕ ਜੀਵਨ ਦੀ ਜਦੋਂ ਟ੍ਰੇਨਿੰਗ ਲੈਣ ਵਾਸਤੇ ਗਿਆ ਸੀ, ਉਦੋਂ ਤੱਕ ਮੈਨੂੰ ਗੱਲ ਕਬੂਲਣ 'ਚ ਗੁਰੇਜ਼ ਨਹੀਂ, ਮੈਨੂੰ ਗੁਰਮੁਖੀ ਨਹੀਂ ਸੀ ਆਉਂਦੀ। ਤੇ ਮੈਂ ਆਪਣੇ ਸ਼ੁਰੂਆਤੀ ਜਿਹੜੇ ਨੋਟਸ ਸਨ ਉਹ ਹਿੰਦੀ ਵਿੱਚ ਬਣਾਏ, ਅੰਗਰੇਜ਼ੀ ਵਿੱਚ ਬਣਾਏ, ਕਿਉਂਕਿ ਬਚਪਨ ਤੋਂ ਜਿਹੜਾ ਵਿਦਿਆ ਦਾ ਮਾਹੌਲ ਸੀ ਉਹ ਅੰਗਰੇਜ਼ੀ ਮੀਡੀਅਮ ਕਹਿ ਲਓ, ਉੱਥੇ ਹਿੰਦੀ ਤੱਕ ਨਹੀਂ ਬੋਲਣ ਦਿੰਦੇ ਸਨ। ਤੇ ਪਰਿਵਾਰ ਵਿੱਚ ਵੀ ਮਤਲਬ ਕੋਈ ਐਸਾ ਯਤਨ ਹੀ ਨਹੀਂ ਹੋ ਸਕਿਆ ਕਿ ਗੁਰਮੁਖੀ ਸਿੱਖ ਜਾਵਾਂ। ਲੇਕਿਨ ਬੜੇ ਯਤਨ ਕੀਤੇ। ਰੋਮਨ ਚੋਂ ਮੈਂ ਨਿਤਨੇਮ ਕਰਿਆ ਕਰਦਾ ਸਾਂ, ਜਿਵੇਂ ਆਮ ਮਿਲ ਜਾਂਦੇ ਗੁੱਟ ਕੇ, ਤੇ ਲੇਕਿਨ ਜੋ ਪ੍ਰੋਨਾਂਸੀਏਸ਼ਨ ਜਾਂ ਜੋ ਵਿਸ਼ਰਾਮ ਜਾਂ ਜੋ ਸਮਝ ਗੁਰਮੁਖੀ ਚੋਂ ਆਏਗੀ ਉਹ ਸਾਨੂੰ ਹੋਰ ਕਿਸੇ ਵੀ ਲਿਪੀ ਚੋਂ ਨਹੀਂ ਆ ਸਕਦੀ। ਇਸ ਕਰਕੇ ਸਿੱਖ ਲਈ ਗੁਰਮੁਖੀ ਸਿੱਖਣੀ ਬੜੀ ਜ਼ਰੂਰੀ ਹੈ, ਔਰ ਗੁਰਮੁਖੀ ਵਿੱਚ ਹੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਹਨ। ਜਿਵੇਂ ਅਸੀਂ ਹੋਰ ਸਾਰੀਆਂ ਸਿੱਖਿਆਵਾਂ ਦੇ ਲਈ ਦੇਖੋ, ਅੱਜ ਬੱਚਾ ਸਕੂਲ ਜਾਂਦਾ ਹੈ ਨਾ ਕਈ ਵਾਰ, ਤੇ ਘਰ ਆ ਕੇ ਸਿਰਫ ਉਹ ਲੰਚ ਕਰਦਾ ਹੈ, ਉਸ ਤੋਂ ਬਾਅਦ ਉਹਨੂੰ ਸਿਰ ਖੁਰਕਣ ਦੀ ਵੇਲ ਨਹੀਂ ਸ਼ਾਮ ਤੱਕ, ਕਿ ਹੁਣ ਇਹ ਕਲਾਸ ਹੈ, ਹੁਣ ਉਹ ਕਲਾਸ ਹੈ, ਹੁਣ ਇਹ ਕਲਾਸ ਹੈ। ਤੇ ਇਸੇ ਤਰ੍ਹਾਂ ਇੱਕ ਕਲਾਸ ਗੁਰਮੁਖੀ ਦੀ ਵੀ ਬੱਚਾ ਲਾਵੇ ਜ਼ਰੂਰ, ਅੱਧਾ ਘੰਟਾ ਰੋਜ਼ ਅਗਰ ਸਿੱਖੇ। ਅੱਜ ਕੱਲ ਆਨਲਾਈਨ ਸਭ ਕੁਝ ਉਪਲਬਧ ਹੈ, ਗੁਰਮੁਖੀ YouTube ਤੇ ਐਪਸ ਕਿਤਨੀਆਂ ਆ ਗਈਆਂ, ਬਹੁਤ ਜ਼ਰੂਰੀ ਹੈ। ਮਤਲਬ ਕਹਿਣ ਤੋਂ ਇਸ ਤੋਂ ਬਗੈਰ ਤੇ ਸਿੱਖ ਦਾ ਗੁਜ਼ਾਰਾ ਹੀ ਨਹੀਂ। ਮੈਂ ਇੱਕ ਗੱਲ ਇੱਥੇ ਐਡ ਕਰ ਦੇਣਾ ਕਿ ਜੇ ਮਾਂ ਨੂੰ ਆਪਣੇ ਪੁੱਤਰ ਨੂੰ ਪਿਆਰ ਨਾਲ ਕੁਝ ਕਹਿਣਾ ਹੋਏਗਾ ਨਾ, ਜਿਸ ਜਜ਼ਬਾਤ ਦੇ ਨਾਲ, ਜਿਸ ਗਹਿਰਾਈ ਦੇ ਨਾਲ ਉਹ ਗੱਲ ਕਹੇਗੀ, ਤੇ ਉਹ ਗੱਲ ਅਗਰ ਡਾਕੀਆ ਆ ਕੇ ਸੁਣਾਏਗਾ ਤੇ ਬੜਾ ਫਰਕ ਪੈ ਜਾਏਗਾ। ਤੇ ਸਾਡੀ ਮਾਂ ਬੋਲੀ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਆਪਣੀ ਮਾਂ ਬੋਲੀ ਨੂੰ ਸਿੱਖੀਏ, ਕਿਉਂਕਿ ਗੁਰੂ ਨੂੰ ਗੁਰੂ ਦੀ ਭਾਸ਼ਾ ਵਿੱਚ ਸਮਝਾਂਗੇ ਤੇ ਉਹਦੀ ਗਹਿਰਾਈ, ਉਹਦਾ ਪਿਆਰ, ਉਸਦਾ ਜਿਹੜਾ ਮਤਲਬ ਹੈ ਉਹ ਕਲੀਅਰ ਸਮਝ ਆਏਗਾ। ਕਿਉਂਕਿ ਜਦ ਕੋਈ ਟਰਾਂਸਲੇਟ ਕਰਦਾ ਹੈ ਦੂਜੀ ਭਾਸ਼ਾ ਵਿੱਚ ਲਿਖਦਾ ਹੈ ਤੇ ਉਸ ਵਿੱਚ ਉਹ ਡੂੰਘਾਈ ਨਹੀਂ ਰਹਿੰਦੀ, ਉਹ ਡਾਕੀਏ ਦੀ ਤਰ੍ਹਾਂ ਸਾਨੂੰ ਗੱਲ ਤੇ ਪਹੁੰਚਾਉਂਦਾ ਹੈ
ਬਟ ਉਹ ਜਜ਼ਬਾਤ ਕਿਧਰੇ ਖੋ ਜਾਂਦੇ ਨੇ। ਜਜ਼ਬਾਤ ਖਤਮ ਹੋ ਜਾਂਦੇ। ਤੇ ਇਹ ਵੀ ਜ਼ਰੂਰੀ ਹੈ, ਤੁਸੀਂ ਕੋਸ਼ਿਸ਼ ਕਰੋ ਸਾਰੇ ਕਿ ਪੰਜਾਬੀ ਜ਼ਰੂਰ ਸਿੱਖੀਏ। ਅੱਜ ਦਾ ਸੈਸ਼ਨ ਤੈਅ ਸਮੇਂ ਤੋਂ ਥੋੜਾ ਜ਼ਿਆਦਾ ਲੰਬਾ ਹੋ ਗਿਆ। ਮੈਂ ਤਹਿ ਦਿਲੋਂ ਜਸਪ੍ਰੀਤ ਵੀਰ ਜੀ ਦਾ ਧੰਨਵਾਦ ਕਰਨਾ, ਤੇ ਵੀਰ ਜੀ ਨੂੰ ਇਸ ਵਾਰ ਬਹੁਤ ਸ਼ਾਰਟ ਨੋਟਿਸ ਤੇ ਮੈਂ ਬੇਨਤੀ ਕੀਤੀ ਹੈ, ਕਿਉਂਕਿ ਪਿੱਛੇ ਮੈਂ ਵੀ ਥੋੜਾ ਜਿਹਾ ਸਿਹਤ ਕਰਕੇ ਠੀਕ ਨਹੀਂ ਸੀਗਾ, ਤੇ ਮੈਂ ਵੀਰ ਜੀ ਨੂੰ ਗੱਲ ਨਹੀਂ ਕਰ ਪਾਇਆ, ਲੇਕਿਨ ਵੀਰ ਜੀ ਨੇ ਫਿਰ ਵੀ ਮਨਾ ਨਹੀਂ ਕੀਤਾ ਤੇ ਇੱਕਦਮ ਹਾਂ ਕਰਕੇ ਸੈਸ਼ਨ ਲਿਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ, ਕਿਉਂਕਿ ਇਹ ਸੈਸ਼ਨ ਬੜੇ ਲਾਭਦਾਇਕ ਨੇ ਵੀਰ ਜੀ। ਜੋ ਮਜ਼ਾ ਇਹਨਾਂ ਸੈਸ਼ਨਸ ਦਾ ਹੈ ਨਾ, ਕੁਐਸਚਨ ਆਨਸਰ ਰਾਊਂਡ ਦਾ, ਇਹਦਾ ਸੰਗਤ ਨੂੰ ਬਹੁਤ ਲਾਭ ਮਿਲਦਾ ਹੈ। ਮਹਾਰਾਜ ਦਇਆ ਕਰੇ, ਸਾਨੂੰ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ। ਇਸ ਤਰ੍ਹਾਂ ਹੀ ਆਪ ਜੀ ਕਿਰਪਾ ਬਣਾਈ ਰੱਖਣਾ ਵੀਰ ਜੀ, ਅਸੀਂ ਇਹ ਸੇਵਾ ਕਰਦੇ ਰਹੀਏ ਜੀ। ਤੇ ਇਤਨੀ ਕੁ ਬੇਨਤੀਆਂ ਸੰਗਤ ਜੀ ਪ੍ਰਵਾਨ ਕਰਨਾ। ਸੇਵਾ ਨਿਭਾਉਂਦਿਆਂ ਬੋਲਦਿਆਂ ਕੁਝ ਕਹਿੰਦਿਆਂ ਭੁੱਲ ਚੁੱਕ ਵਾਦ ਕਾਟ ਅੱਖਰ ਕਿਹਾ ਗਿਆ ਹੋਵੇ, ਆਪਣਾ ਬੱਚਾ ਜਾਣ ਕੇ ਬਖਸ਼ ਲੈਣਾ ਜੀ। ਅਰਦਾਸ ਕਰਨੀ, ਅਸੀਸਾਂ ਬਖਸ਼ਣੀਆਂ। ਆਪ ਗੁਰੂ ਸਾਹਿਬ ਜੀ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ, ਹੋਰ ਵੱਧ ਚੜ ਕੇ ਅਸੀਂ ਸੇਵਾ ਕਰ ਸਕੀਏ। ਇਤਨੀ ਕੁ ਸੇਵਾ ਅੱਜ ਦੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ।